खास मुलाकात, खास मुलाकात। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਉੱਘੇ ਕੀਰਤਨੀਏ, ਵਿਚਾਰਕ, ਗੱਤਕੇ ਦੇ ਖਿਡਾਰੀ, ਲੇਖਕ, ਕਵੀ ਤੇ ਇੱਕ ਉੱਘੇ ਪ੍ਰੋਫੈਸ਼ਨਲ, ਸਾਬਕਾ APS ਅਫਸਰ। ਜਦ ਕਿਸੇ ਵਿਅਕਤੀ ਬਾਰੇ ਤੁਸੀਂ ਇੰਨੇ ਸਾਰੇ ਵਿਸ਼ੇਸ਼ਣ ਲਾਣੇ ਪੈ ਜਾਣ ਤੇ ਮੁੜ ਕੇ ਫਿਰ ਵੀ ਵਿਅਕਤੀਤਵ ਦਾ ਜਿਹੜਾ ਇੱਕ ਅੰਸ਼ ਮਾਤਰ ਵੀ ਪੂਰਾ ਨਾ ਦਰਸਾਇਆ ਜਾ ਸਕੇ ਤਾਂ ਸਮਝਣਾ ਚਾਹੀਦਾ ਹੈ ਕਿ ਉਹ ਜਿਹੜਾ ਵਿਅਕਤੀ ਹੈ ਉਹ ਵਾਕਈ ਖਾਸ ਹੈ। ਸੋ ਸਾਡੇ ਨਾਲ ਸਾਡੇ ਖਾਸ ਮਹਿਮਾਨ ਅੱਜ ਮੌਜੂਦ ਨੇ ਸਰਦਾਰ ਪਰਮਿੰਦਰ ਸਿੰਘ ਜੀ। ਪਰਮਿੰਦਰ ਸਿੰਘ ਜੀ, ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਗੂੜਾ ਤੇ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਇੰਨੀ ਵਡਿਆਈ ਲਈ, ਜਿਹਦੇ ਲਾਇਕ ਮੈਂ ਆਪਣੇ ਆਪ ਨੂੰ ਨਹੀਂ ਸਮਝਦਾ, ਪਰ ਫਿਰ ਵੀ ਤੁਹਾਡੀ ਹੀ ਵਡਿਆਈ ਹੈ ਕਿ ਤੁਸੀਂ ਇੰਨਾ ਮਾਣ ਦਿੰਦੇ ਹੋ। ਗੁਰੂ ਦੀ ਵਡਿਆਈ ਹੈ, ਸੰਗਤ ਦੀ ਵਡਿਆਈ ਹੈ ਨਾ। ਅਤੇ ਥੈਂਕ ਯੂ ਸੋ ਮਚ ਫॉर ਹੈਵਿੰਗ ਮੀ। ਸੋ ਅਸੀਂ ਕੈਨਬਰਾ ਦੇ ਵਿੱਚ ਮੇਰੇ ਖਿਆਲ ਸਾਨੂੰ ਰਹਿੰਦਿਆਂ ਨੂੰ ਕਰੀਬ 20 ਸਾਲ ਹੋ ਗਏ ਹੈ ਅਤੇ ਤੁਹਾਡੇ ਨਾਲ ਵਿਚਰਦਿਆਂ ਵੀ ਵਾਹਵਾ ਅਰਸਾ ਹੋ ਗਿਆ। ਅਤੇ ਜਦ ਤੁਸੀਂ ਇੰਨੇ ਹੰਬਲ ਹੁੰਦੇ ਹੋ ਅਤੇ ਸਾਨੂੰ ਇਹਦੇ 'ਚ ਕੋਈ ਹੈਰਾਨੀ ਨਹੀਂ ਹੁੰਦੀ, ਮਾਣ ਹੁੰਦਾ ਹੈ ਕਿ ਉਹ ਕਹਿੰਦੇ ਹਮੇਸ਼ਾ ਜਿਹੜੇ ਰੁੱਖ ਨੂੰ ਫਲ ਲੱਗੇ ਹੁੰਦੇ ਆ, ਉਹ ਰੁੱਖ ਹਮੇਸ਼ਾ ਝੁਕਿਆ ਹੁੰਦਾ। ਸੋ ਤੁਹਾਡੀ ਵੀ ਜਿਹੜੀ ਹੈ ਵਿਅਕਤੀਤਵ ਨੂੰ ਇਹ ਚੀਜ਼ ਦਰਸਾਉਂਦੀ ਹੈ। ਅਤੇ ਅੱਜ ਜਿੱਥੇ ਤੁਹਾਨੂੰ ਖਾਸ ਜ਼ਹਿਮਤ ਦਿੱਤੀ ਹੈ, ਤਕਲੀਫ ਦਿੱਤੀ ਹੈ ਇੱਥੇ ਸਾਡੇ ਸਟੂਡੀਓ ਦੇ ਵਿੱਚ, ਉਹ ਤੁਹਾਡੀ ਜਿਹੜੀ ਖੇਮ ਖਜ਼ਾਨਾ ਜਿਹੜੀ ਕਿਤਾਬ ਆਈ ਹੈ ਅਤੇ ਉਹਦੇ ਵਾਸਤੇ ਅਸੀਂ ਗੱਲਬਾਤ ਕਰਾਂਗੇ। ਪਰ ਮੈਂ ਚਾਹੁੰਦਾ ਖੇਮ ਖਜ਼ਾਨਾ ਵੱਲ ਵਧਣ ਤੋਂ ਪਹਿਲਾਂ ਕਿਉਂ ਨਾ ਅਸੀਂ ਤੁਹਾਡੇ ਬਾਰੇ ਇੱਕ ਜਾਣਨ ਦੀ ਕੋਸ਼ਿਸ਼ ਕਰੀਏ। ਤੁਹਾਡਾ ਥੋੜ੍ਹਾ ਪਿਛੋਕੜ, ਕਿੱਥੇ ਤੁਹਾਡਾ ਜਨਮ ਹੋਇਆ, ਕਿੱਦਾਂ ਤੁਹਾਡਾ ਫਿਰ ਪ੍ਰਵਾਸ ਹੋਇਆ, ਅਤੇ ਇਹ ਜਿਸ ਇੱਕ ਪੰਛੀ ਝਾਤ 'ਚ ਸਾਡੇ ਸਰੋਤਿਆਂ ਵਾਸਤੇ। ਹਾਂਜੀ ਪਰਸੂ ਜੀ, ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਕੀਰਤਨ ਦੀ ਦਾਤ ਹੈ ਜਾਂ ਹੋਰ ਸਾਰੀਆਂ ਜਿਹੜੀਆਂ ਦਾਤਾਂ ਨੇ, ਸਾਰੀਆਂ ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ ਹੈ ਨਾ। ਅਤੇ ਮੈਂ ਤਾਂ ਇੱਕ ਬੜੇ ਸਧਾਰਨ ਜਿਹੇ ਘਰ ਦੇ ਵਿੱਚ ਜੰਮਿਆ, ਅਤੇ ਜਿੱਥੇ ਮੇਰੇ ਪਿਤਾ ਜੀ ਬੜੇ ਮਿਹਨਤਕਸ਼ ਅਤੇ ਮੇਰੀ ਮਾਤਾ ਹਾਊਸਵਾਈਫ, ਔਰ ਮੇਰੇ 3 ਭੈਣ ਭਰਾ ਹਨ ਜਲੰਧਰ ਦੇ ਵਿੱਚ। ਅਤੇ ਉਹਨਾਂ ਨੇ, ਮੇਰੀ ਮਾਤਾ ਨੇ ਮੈਨੂੰ ਇੱਧਰਲੇ ਪਾਸੇ ਮੈਂ ਕਹੂੰਗਾ ਗੁੜਤੀ ਦਿੱਤੀ, ਇੱਧਰ ਲਾਇਆ। ਅਤੇ ਹਾਲਾਂਕਿ ਉਸ ਤਰ੍ਹਾਂ ਪਰਿਵਾਰ ਦੇ ਵਿੱਚ ਇੱਦਾਂ ਗੁਰਮਤ ਵਾਲਾ ਮਾਹੌਲ ਤਾਂ ਨਹੀਂ ਸੀ ਬਹੁਤਾ ਜ਼ਿਆਦਾ, ਲੇਕਿਨ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਤੁਹਾਡੇ ਜੀਵਨ ਦੇ ਵਿੱਚ ਤੁਹਾਡੇ ਮੁੱਢਲੇ ਸਾਲਾਂ ਦਾ ਔਰ ਤੁਹਾਡੇ ਆਲੇ ਦੁਆਲੇ ਦਾ ਬੜਾ ਜ਼ਿਆਦਾ ਯੋਗਦਾਨ ਹੁੰਦਾ ਹੈ। ਅਤੇ ਸਾਡੀ ਗਲੀ ਦੇ ਵਿੱਚ ਇੱਕ ਗੁਰਦੁਆਰਾ ਸੀ, ਮੈਂ ਕਿਤਾਬ 'ਚ ਵੀ ਜ਼ਿਕਰ ਕੀਤਾ ਕਿ ਇੱਕ ਗੁਰੂ ਦੀ, ਇੱਕ ਰੱਬ ਦੀ ਨਿਆਮਤ ਸੀ ਕਿ ਤੁਹਾਡੇ ਲਾਗੇ ਹੀ ਗੁਰੂ ਘਰ ਦਾ ਹੋਣਾ ਔਰ ਸਪੀਕਰ ਦੇ ਵਿੱਚ ਸਵੇਰੇ ਸ਼ਾਮ ਜਿਹੜੀ ਆ ਗੁਰਬਾਣੀ ਦੀ, ਕੀਰਤਨ ਦੀ, ਕਥਾ ਦੀ ਆਵਾਜ਼ ਕਰਨੀ ਪੈਣੀ। ਅਤੇ ਉਹ ਜਦੋਂ ਪੈਣੀ ਤਾਂ ਫਿਰ ਉਹ ਵਧੀ ਫਿਰ ਖਿੱਚਿਆ ਜਾਣਾ ਸੀ ਹੈ ਨਾ ਉੱਧਰਲੇ ਪਾਸੇ। ਕੁਦਰਤੀ ਕੁਛ ਘਰੋਂ ਵੀ ਸਾਨੂੰ ਹੁੰਦਾ ਸੀਗਾ ਵੀ, ਜਿਵੇਂ ਪਹਿਲਾਂ ਵੀ ਇੱਕ ਵਾਰੀ ਕਿਹਾ ਵੀ ਮੇਰੀ ਮਾਤਾ ਨੇ ਵੀ ਕਹਿਣਾ, ਜਾਓ ਪਹਿਲਾਂ ਗੁਰਦੁਆਰੇ ਜਾਓ, ਫਿਰ ਤੁਹਾਨੂੰ ਬ੍ਰੇਕਫਾਸਟ ਮਿਲਣਾ, ਤੁਹਾਨੂੰ ਨਾਸ਼ਤਾ ਫਿਰ ਮਿਲਣਾ। ਸੋ ਅਸੀਂ ਉੱਥੇ ਜਾਣਾ ਸ਼ੁਰੂ ਕੀਤਾ ਅਤੇ ਕੁਦਰਤੀ ਚਲੋ ਇਹ ਸੀਗਾ ਕਿ ਕੀਰਤਨ ਦਾ, ਗੁਰਬਾਣੀ ਦਾ ਇੱਕ ਕਨੈਕਸ਼ਨ ਜਿਹੜਾ ਇੱਕ ਫੀਲ ਕਰਦੇ ਹੋ ਤੁਸੀਂ। ਕਾਫੀ ਜਿਹੜੇ ਨੂੰ ਪੂਰਬਲੇ ਕਰਮ ਵੀ ਕਹਿੰਦੇ ਆ, ਜਾਂ ਗੁਰਬਾਣੀ ਵੀ ਇਸ ਗੱਲ ਦੀ ਵੈਸੇ ਪ੍ਰੋੜਤਾ ਕਰਦੀ ਹੈ। ਅਤੇ ਮੈਂ ਬੜਾ ਉੱਧਰ ਖਿੱਚਿਆ ਜਾਣਾ, ਔਰ ਉੱਥੇ ਅਸੀਂ ਰੋਜ਼ਾਨਾ ਫਿਰ ਉੱਥੇ ਕੀਰਤਨ ਦੀ ਜਿਹੜੀ ਹੈ ਉੱਥੇ ਪ੍ਰੈਕਟਿਸ ਕਰਨੀ ਹੈ ਨਾ। ਅਤੇ ਕਰਦਿਆਂ ਕਰਾਉਂਦਿਆਂ ਜਿਹੜਾ ਸੀਗਾ ਇੱਧਰਲੇ ਪਾਸੇ ਧਿਆਨ ਵੱਧਦਾ ਗਿਆ। ਅਤੇ ਜਿਉਂ ਫਿਰ ਸਮੇਂ ਆਏ, ਮੌਕੇ ਆਏ, ਅਤੇ ਗੁਰੂ ਸਾਹਿਬ ਨੇ ਉਸੇ ਤਰ੍ਹਾਂ ਦੀ ਫਿਰ ਬਿੱਧ ਬਣੀ। ਮੁਹੱਲੇ ਦੇ ਵਿੱਚ ਵੀ ਸਾਡਾ ਉਦੋਂ ਬਹੁਤ ਵਧੀਆ ਮਾਹੌਲ ਸੀਗਾ। ਸਾਡੇ ਕੋਲ ਮੈਂ ਜੇ ਨਾਮ ਲਵਾਂ ਤਾਂ ਭਾਈ ਜਸਪਾਲ ਸਿੰਘ ਜਾਂ ਇਸ ਤਰ੍ਹਾਂ ਦੇ ਗੁਰਸਿੱਖ ਜਿਹੜੇ ਅੱਜ ਵੀ ਸੇਵਾ 'ਚ ਲੱਗੇ ਹੋਏ ਆ, ਉਹਨਾਂ ਨੇ ਬੜਾ ਪ੍ਰੇਰਿਆ, ਬਹੁਤ ਜ਼ਿਆਦਾ ਜਿਹੜਾ ਹੈਗਾ ਸਿੱਖਿਆ ਸਿੱਧਾਂ ਦਿੱਤੀਆਂ ਗੁਰਮਤਿ ਦੀਆਂ। ਅਤੇ ਫਿਰ ਅਸੀਂ ਇੱਧਰਲੇ ਪਾਸੇ ਹੋਰ ਜ਼ਿਆਦਾ ਝੁਕਾਅ, ਅਤੇ ਆਪਣੇ ਜਿਹੜੇ ਜੀਵਨ ਮਨੋਰਥ ਬਾਰੇ ਬੇਸਿਕਲੀ ਸਾਨੂੰ ਜਦੋਂ ਪਤਾ ਲੱਗਦਾ ਅਤੇ ਉਹ ਸੰਗਤ ਵਿੱਚੋਂ ਹੀ ਆ ਕੇ ਸਾਨੂੰ ਇੱਦਾਂ ਦਾ ਗਿਆਨ ਹੁੰਦਾ। ਅਤੇ ਉਹ ਸੰਗਤ ਜਿਹੜੀ ਮਿਲਦੀ ਗਈ ਅਤੇ ਗਾਂ ਇੱਕ ਤੋਂ ਬਾਅਦ ਫਿਰ ਇੱਕ ਜਿਹੜੇ ਮੌਕੇ ਬਣਦੇ ਗਏ। ਅਤੇ ਇਸੇ ਤਰ੍ਹਾਂ ਫਿਰ ਸੰਗਤ ਨੇ ਨਿਵਾਜਿਆ ਕੀਰਤਨ ਦੇ ਨਾਲ ਇੱਦਾਂ ਦੀ ਸਾਂਝ ਬਣ ਗਈ ਕਿ ਮੈਂ ਇਹਨੂੰ ਹੁਣ ਇੱਕ ਇਹਨਾਂ ਰੂਹ ਦੀ ਖੁਰਾਕ ਹੈ ਨਾ। ਅਤੇ ਸਾਰਿਆਂ ਦੀ ਕੀਰਤਨ ਕਲਯੁੱਗ ਦੇ ਵਿੱਚ ਪ੍ਰਧਾਨ ਤਾਂ ਹੈ ਹੀ, ਪਰ ਮੈਂ ਆਪਣੇ ਲਈ ਇਸ ਨੂੰ ਕਹਾਂ ਤਾਂ ਜੇ ਇਸ ਤਰ੍ਹਾਂ ਹੈ ਕਿ ਜੇ ਕੀਰਤਨ ਨਹੀਂ ਤਾਂ ਜੀਵਨ ਨਹੀਂ ਬੇਸਿਕਲੀ ਹੈ ਨਾ। ਅਤੇ ਪਰ ਇਹੀ ਹੈ ਕਿ ਨਾਲ
ਆਪਣਾ ਹਿਰਦਾ ਸ਼ੁੱਧ ਬਣਾਉਣ ਦੀ ਜਿਹੜੀ ਗੱਲ ਹੈ ਉਹਦੇ 'ਤੇ ਜਿਹੜਾ ਕੰਮ ਕਰਨਾ ਮੈਂ ਸਮਝਦਾ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਐਜ਼ ਅ ਕੀਰਤਨੀ, ਐਜ਼ ਅ ਹਿਊਮਨ ਬੀਇੰਗ ਜਾਂ ਐਜ਼ ਅ ਗੁਰਸਿੱਖ ਵੀ ਹੈ ਨਾ ਇੱਥੇ। ਆਈ ਥਿੰਕ ਉਹਦੇ 'ਤੇ ਜਿਹੜਾ ਲਗਾਤਾਰ ਕੰਮ ਕਰਨਾ, ਉੱਥੋਂ ਫਿਰ ਮੈਨੂੰ ਜ਼ਿਆਦਾ ਇੱਧਰਲੇ ਪਾਸੇ ਜਿਹੜਾ ਫਿਰ ਜਦੋਂ ਧਿਆਨ ਅੰਦਰ ਝਾਤੀ ਮਾਰਨੀ ਤਾਂ ਫਿਰ ਇਹ ਸਾਰਾ ਕੁਛ ਫਿਰ ਅੰਦਰੋਂ ਹੀ ਮੈਨੂੰ ਲੱਗਦਾ ਸੀਗਾ ਜਿਵੇਂ ਹੌਲੀ ਹੌਲੀ ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਪ੍ਰਗਟ ਹੋਣੀਆਂ ਸ਼ੁਰੂ ਹੋ ਗਈਆਂ, ਜਿਹੜਾ ਉੱਦਮ ਦਾ ਕਰਨਾ ਤੇ ਫਿਰ ਆ ਜਿਹੜਾ ਕਰੀਅਰ ਤੇ ਹੋਰ ਜਿਹੜੀਆਂ ਚੀਜ਼ਾਂ ਤੁਸੀਂ ਕਹੀਆਂ, ਇਹ ਸਾਰੀਆਂ ਚੀਜ਼ਾਂ ਫਿਰ ਗੁਰੂ ਆਪ ਹੀ ਵਡਿਆਈ ਦਿੰਦਾ ਹੈ। ਜਦੋਂ ਤੁਸੀਂ ਆਪਣੇ ਆਪ ਤੇ ਕੰਮ ਕਰਨਾ ਸ਼ੁਰੂ ਕਰ ਦਿਓ ਬੇਸਿਕਲੀ, ਆਈ ਥਿੰਕ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਉਹੀ ਹੈ ਕਿ ਆਪਣੇ ਆਪ ਤੇ ਹੀ ਕੰਮ ਕਰਨਾ ਹੈ। ਬਿਲਕੁਲ ਜੀ, ਬਿਲਕੁਲ। ਨਹੀਂ, ਤੁਸੀਂ ਬਹੁਤ ਵਧੀਆ ਗੱਲ ਕੀਤੀ। ਜਿਹੜੀ ਵਿਧਨਾ ਬਣਨੀ ਹੁੰਦੀ ਹੈ ਤੇ ਕੋਈ ਨਾ ਕੋਈ ਕਾਰਨ ਬਣਦਾ, ਪਰ ਮੈਨੂੰ ਲੱਗਦਾ ਹੈ ਕਿ ਵੱਡੇ ਭਾਗਾਂ ਵਾਲੇ ਹੁੰਦੇ ਆ ਜਿਹੜੇ ਉਸ ਕਾਰਨ ਨੂੰ ਗ੍ਰੈਬ ਕਰਕੇ ਤੇ ਉਸ ਰਾਹ ਪੈ ਜਾਂਦੇ ਨੇ ਜੀ। ਤੇ ਆਸਟ੍ਰੇਲੀਆ ਵਿੱਚ ਪ੍ਰਵਾਸ ਤੱਕ ਕਿੱਦੀ ਵਿਧਨਾ ਬਣੀ? ਹਾਂਜੀ, ਇਹ ਤਾਂ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਨਾ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਕਿਰਤ ਧੱਕੇ ਤੁਹਾਨੂੰ ਦਿੰਦੀ ਹੈ, ਤੁਸੀਂ ਉੱਥੇ ਪਹੁੰਚ ਜਾਂਦੇ ਹੋ ਆਪਣੇ ਆਪ, ਹੈ ਨਾ। ਤੇ ਉਹੀ ਮੇਰੇ ਨਾਲ ਹੋਇਆ। ਮੈਂ ਪਹਿਲਾਂ ਇੰਗਲੈਂਡ ਗਿਆ ਸੀਗਾ ਤੇ ਪੜ੍ਹਾਈ ਤੋਂ ਬਾਅਦ ਆਪਣੀ ਡਿਗਰੀ ਕਰਨ ਤੋਂ ਬਾਅਦ ਇੰਡੀਆ DAV ਕਾਲਜ ਜਲੰਧਰ ਮੈਂ ਉੱਥੇ ਪੜ੍ਹਿਆ ਕੰਪਿਊਟਰ ਐਪਲੀਕੇਸ਼ਨਸ ਦੀ ਡਿਗਰੀ ਤੋਂ ਬਾਅਦ, ਤੇ ਕੁਛ ਇੱਕ ਜੋਬਾਂ ਕਰਕੇ ਮੈਂ ਇੰਗਲੈਂਡ ਚਲਾ ਗਿਆ। ਉੱਥੋਂ ਬਾਅਦ ਮੈਂ ਵਾਪਸ ਇੰਡੀਆ ਆਇਆ ਤੇ ਉਦੋਂ ਮਨ ਦੇ ਵਿੱਚ ਇਹੀ ਬਲਦਾ ਸੀਗਾ ਕਿ ਹੁਣ ਮੈਂ ਵਾਪਸ ਇੰਡੀਆ ਚਲੇ ਜਾਣਾ। ਤਾਂ ਫਿਰ ਉਹੀ ਗੱਲ ਹੈ ਕਿ ਤੁਹਾਡੇ ਵੱਸ ਸਾਰਾ ਕੁਝ ਨਹੀਂ ਹੁੰਦਾ, ਹੈ ਨਾ। ਜੋ ਪਰਮਾਤਮਾ ਦਾ ਪਲਾਨ ਹੁੰਦਾ, ਜੋ ਵਾਹਿਗੁਰੂ ਦਾ ਪਲਾਨ ਹੁੰਦਾ, ਉਹ ਅਸੀਂ ਮਤਾ ਕਰੇ ਪੱਛਮ ਕੇ ਤਾਂ ਹੀ ਪੂਰਬ ਹੀ ਲੈ ਜਾਤ, ਹੈ ਨਾ। ਅਤੇ ਸਾਡੀ ਸਿਆਣਪ ਕਿਸੇ ਕੰਮ ਨਹੀਂ ਆਉਂਦੀ। ਅਤੇ ਉਹ ਫਿਰ ਇੱਦਾਂ ਹੀ ਵਿਧ ਬਣੀ ਕਿ ਮੈਂ ਫਿਰ ਆਪਣੀ ਮਾਸਟਰਸ ਡਿਗਰੀ ਜਿਹੜੀ ਸੀ ਉਹ ਕਰਨੀ ਚਾਹੁੰਦਾ ਸੀਗਾ ਉਸ ਵੇਲੇ। ਅਤੇ ਝੁਕਾਅ ਵੀ ਸੀਗਾ ਕੁਛ ਪ੍ਰਦੇਸ਼ ਵੱਲ, ਕਿਉਂਕਿ ਇੰਗਲੈਂਡ ਤੋਂ ਮੈਂ ਗਿਆ ਸੀਗਾ ਵਾਪਸ ਇੰਡੀਆ। ਅਤੇ ਫਿਰ ਉਦੋਂ ਸਾਡਾ ਚਲੋ ਉੱਥੇ ਦਾ ਆਸਟ੍ਰੇਲੀਆ ਦਾ ਬਣ ਗਿਆ ਅਤੇ ਅਸੀਂ ਇੱਧਰ ਆ ਗਏ। ਮੈਂ ਅਤੇ ਮੇਰੇ ਹੋਰ ਮਿੱਤਰ ਵੀ ਸੀਗੇ ਇੱਕ ਦੋ। ਅਤੇ ਇੱਥੇ ਆ ਕੇ ਅਤੇ ਫਿਰ ਉਹੀ ਗੱਲ ਹੈ ਵੀ ਜਿੱਥੇ ਜਾਈਏ ਸਾਡੇ ਜਿਹੜੀ ਜਦੋਂ ਤੁਹਾਨੂੰ ਆਪੇ ਦੀ ਪਛਾਣ ਹੁੰਦੀ ਹੈ ਕਿ ਤੁਹਾਡੀਆਂ ਰੂਟਸ ਦੀ, ਤੁਸੀਂ ਇਹੀ ਚਾਹੁੰਦੇ ਹੋ ਕਿ ਜਿਹੜਾ ਹੈਗਾ ਤੁਸੀਂ ਜੁੜੇ ਰਹੋ ਕਿਸੇ ਤਰੀਕੇ, ਹੈ ਨਾ। ਤੁਸੀਂ ਲੱਭਦੇ ਹੋ ਆ ਕੇ ਸੰਗਤ ਕਿੱਥੇ ਹੈ ਇੱਥੇ, ਗੁਰੂ ਘਰ ਕਿੱਥੇ ਹੈ ਇੱਥੇ, ਹੈ ਨਾ। ਕੀਰਤਨ ਕਰਨ ਵਾਲੇ ਕਿੱਥੇ ਨੇ ਉਹ ਮੰਡਲੀ ਜਿੱਥੇ ਮੈਂ ਆਈ ਬਿਲੋਂਗ ਟੂ, ਹੈ ਨਾ। ਅਤੇ ਉਹ ਫਿਰ ਖੈਰ ਤੁਸੀਂ ਵੀ ਲੱਭ ਰਹੇ ਹੁੰਦੇ ਹੋ। ਮੈਨੂੰ ਲੱਗਦਾ ਕਿ ਵਾਹਿਗੁਰੂ ਆਪ ਹੀ ਤੁਹਾਨੂੰ ਫਿਰ ਉਹ ਜਿਹੜੀ ਹੈਗੀ ਤੁਸੀਂ ਮੈਨੀਫੈਸਟ ਤਾਂ ਕਰਦੇ ਹੀ ਉਹ ਚੀਜ਼ ਨੂੰ, ਅਤੇ ਉਹ ਬਸ ਉੜਤੇ ਕੋ ਉੜਤਾ ਮਿਲੇ, ਹੈ ਨਾ। ਤੁਰਦੇ ਨੂੰ ਤੁਰਦਾ ਮਿਲਦਾ। ਅਤੇ ਇਸੇ ਤਰ੍ਹਾਂ ਹੀ ਫਿਰ ਉਹ ਸੰਗਤ ਦਾ ਜਿਹੜਾ ਤੁਹਾਨੂੰ ਆਪਣੇ ਆਪ ਜਿਹੜੀ ਖਿੱਚ ਹੈ ਉਹ ਮਿਲ ਜਾਂਦੀ ਹੈ। ਅਤੇ ਉਹੀ ਸੀਗਾ ਫਿਰ ਕਰਦਿਆਂ ਫਿਰ ਇੱਥੇ ਆ ਕੇ ਅਤੇ ਆਪਣੀ ਪੜ੍ਹਾਈ ਮਾਸਟਰ ਆਫ ਨੈਟਵਰਕਿੰਗ ਇੱਥੇ ਮੈਂ ਕੀਤੀ। ਅਤੇ ਉਸ ਤੋਂ ਬਾਅਦ ਫਿਰ ਆਪਣੇ ਕਰੀਅਰ ਵੱਲ ਝੁਕਾਅ ਹੋ ਗਿਆ। IT ਦੇ ਕਰੀਅਰ ਦੇ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਬਹੁਤ ਸੋਹਣੇ 15 ਸਾਲ ਤੋਂ ਜਿਹੜਾ ਹੈਗਾ ਪੌੜੀ ਦਰ ਪੌੜੀ ਤਰੱਕੀ ਮਹਾਰਾਜ ਨੇ ਬਖਸ਼ੀ ਹੈ ਅਤੇ ਬੜਾ ਸੰਤੁਸ਼ਟੀ ਵਾਲਾ ਜਿਹੜਾ ਕਰੀਅਰ ਰਿਹਾ ਸੋ ਫਾਰ। ਹਾਂਜੀ, ਬਿਲਕੁਲ। ਜੇ ਅਸੀਂ ਤੁਹਾਡੇ ਕੈਰੀਅਰ ਵੱਲ ਵੀ ਝਾਤ ਮਾਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਤੁਸੀਂ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ, ਸਰਕਾਰ ਦੇ ਵਿੱਚ ਵੀ ਬਹੁਤ ਹੀ ਉਚੇਰੀਆਂ ਜਿਹੜੀਆਂ ਪਦਵੀਆਂ ਹਾਸਲ ਕਰਕੇ ਮੁੜ ਕੇ ਫਿਰ ਤੁਸੀਂ ਉਹਨੂੰ ਵੀ ਅਲਵਿਦਾ ਕਹਿ ਕੇ ਮੁੜ ਕੇ ਫਿਰ ਪ੍ਰਾਈਵੇਟ ਸੈਕਟਰ 'ਚ ਤੇ ਆਪਣਾ ਵੀ ਕੰਮ ਕਰਦੇ ਹੋ। ਅਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਜਿਹੜੇ ਕਿੱਤੇ ਦੇ ਵਿੱਚ, ਭਾਵੇਂ ਉਹ ਅਧਿਆਤਮ ਹੋਏ ਭਾਵੇਂ ਮਟੀਰੀਅਲ ਹੋਏ, ਜਿੱਥੇ ਵੀ ਤੁਸੀਂ ਆਪਣੀ ਛੋਹ ਲਾਈ ਹੈ ਉੱਥੇ ਵਾਹਿਗੁਰੂ ਨੇ ਤੁਹਾਨੂੰ ਬਹੁਤ ਬੁਲੰਦੀਆਂ ਬਖਸ਼ੀਆਂ। ਅਤੇ ਹੁਣ ਅਸੀਂ ਆਸ ਕਰਦੇ ਹਾਂ ਜਿਹੜੀ ਤੁਹਾਡੀ ਕਿਤਾਬ ਹੈ ਆਉਣ ਵਾਲੀ, ਸੋ ਉਹਨੂੰ ਵੀ ਉਨੀਆਂ ਹੀ ਬੁਲੰਦੀਆਂ ਹਾਸਲ ਹੋਣਗੀਆਂ। ਅਤੇ ਮੈਂ ਉਹਦਾ ਮੁੱਖਬੰਧ ਪੜ੍ਹ ਰਿਹਾ ਸੀ ਜਿਹੜਾ ਕਿ ਮੇਰੇ ਖਿਆਲ ਭਾਈ ਅਮਰੀਕ ਸਿੰਘ ਅੰਬਾਲਾ ਵਾਲਿਆਂ ਨੇ ਲਿਖਿਆ। ਅਤੇ ਉਹਦੇ ਵਿੱਚ ਇੱਕ ਚੀਜ਼ ਨੇ ਮੇਰੀ ਜਿਹੜੀ ਹੈ ਚੀਜ਼ ਨੂੰ ਬਹੁਤ ਮੈਨੂੰ ਪ੍ਰਭਾਵਿਤ ਕੀਤਾ। ਉਹਦੇ ਵਿੱਚ ਉਹਨਾਂ ਨੇ ਬੜੀ ਸੋਹਣੀ ਇੱਕ ਚੀਜ਼ ਲਿਖੀ ਹੈ, ਮੈਂ ਪੜ੍ਹ ਕੇ ਦੱਸਦਾ। ਉਹ ਕਹਿੰਦੇ ਜੀ, ਗੁਰਬਾਣੀ ਦੀ ਪਾਰਸ ਕਲਾ ਵਰਤਦਿਆਂ ਜਗਿਆਸੂ ਦੇ ਇਕਾਗਰ ਚਿੱਤ 'ਚੋਂ ਆਮ ਮੁਹਾਰੇ ਕੁਝ ਰਮਜ਼ਾਂ ਦਾ ਵਿਖਿਆਨ, ਕਵਿਤਾ, ਲੇਖ, ਲੈਕਚਰ ਇਤਿਆਦਿ ਦੇ ਰੂਪ ਵਿੱਚ ਪ੍ਰਗਟ ਹੋ ਸਰੋਤਿਆਂ ਤੱਕ ਆਪਣਨ ਲੱਗਦਾ ਹੈ। ਸੋ ਇਸ ਤੋਂ ਐਂ ਮਹਿਸੂਸ ਹੁੰਦਾ ਹੈ ਕਿ ਇਹ ਜਿਹੜਾ ਹੋਣਾ ਹੈ ਇਹ ਅੰਦਰੋਂ ਨਿਕਲਦਾ ਹੈ। ਅਤੇ ਇਹ ਜਦੋਂ ਇੱਕ ਗੁਰਬਾਣੀ ਦੀ ਜਿੱਦਾਂ ਪਾਰਸ ਹੈ ਨਾ, ਜੋ ਲੋਹੇ ਨੂੰ ਵੀ ਸੋਨਾ ਬਣਾ ਦਿੰਦੀ ਹੈ, ਅਤੇ ਜਦੋਂ ਉਹ ਤੁਹਾਨੂੰ ਉਹ ਛੋਹ ਲੱਗ ਜਾਂਦੀ ਹੈ ਅਤੇ ਆਪਣੇ ਆਪ ਹੀ ਔੜਦਾ ਹੈ ਸਾਰਾ ਕੁਛ। ਅਤੇ ਮੇਰਾ ਇੱਕ ਸ਼ੰਕਾ ਸੀ ਜਾਂ ਸਵਾਲ ਸੀ, ਐਂ ਕਹਿ ਲਓ ਕਿ ਜਦੋਂ ਔੜਨਾ ਤਾਂ ਠੀਕ ਹੈ, ਪਰ ਕੋਈ ਬੰਦਾ ਐਫਰਟ ਕਰਕੇ ਜਾਂ ਅਧਿਐਨ ਕਰਕੇ ਵੀ ਕਵੀ ਜਾਂ ਲੇਖਕ ਬਣ ਸਕਦਾ ਹੈ ਕਿ ਇਹ ਗੁਰੂ ਮਹਾਰਾਜ ਦੇ ਹੱਥ 'ਚ ਹੀ ਹੈ ਜਿਹਨੂੰ ਬਖਸ਼ਣੇ? ਬੜਾ ਗੁੱਝਾ ਸਵਾਲ ਤੁਸੀਂ ਪੁੱਛਿਆ, ਬੜਾ ਵਧੀਆ ਸਵਾਲ ਹੈ। ਅਤੇ ਮੈਂ ਤਾਂ ਆਪਣੇ ਤਜਰਬੇ ਤੋਂ ਹੀ ਦੱਸ ਸਕਦਾ ਕਿ ਇਹ
ਹੈ ਸਾਰੀਆਂ ਪਰਮੇਸ਼ਰ ਦੀਆਂ ਦਾਤਾਂ ਹੀ ਨੇ, ਹੈ ਨਾ। ਅਤੇ ਮੇਰੇ ਖਿਆਲ ਨਾਲ ਜਦੋਂ ਤੁਸੀਂ ਬਹੁਤੀ ਬਾਹਰਲੀ ਡਿਸਟਰੈਕਸ਼ਨ ਤੋਂ, ਬਾਹਰਲੇ ਰੌਲੇ ਰੱਪੇ ਤੋਂ ਥੋੜ੍ਹਾ ਜਿਹਾ ਕਿਨਾਰਾ ਕਰਕੇ ਆਪਣੇ ਅੰਦਰ ਦੇਖਣਾ ਸ਼ੁਰੂ ਕਰਦੇ ਹੋ ਨਾ, ਅਤੇ ਜਦੋਂ ਤੁਸੀਂ ਜੁੜਨ ਲੱਗ ਜਾਂਦੇ ਹੋ ਆਪੇ ਨਾਲ, ਆਪਾਂ ਵੀ ਉਹੀ ਪਰਮੇਸ਼ਰ ਦੇ ਨਾਲ ਤੁਸੀਂ ਜਦੋਂ ਜੁੜਨ ਲੱਗ ਜਾਂਦੇ ਹੋ ਨਾ, ਤਾਂ ਕੁਛ ਚੀਜ਼ਾਂ ਫਿਰ ਆਪੇ ਹੀ ਉਹ ਬਰਕਤਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ। ਮੈਨੂੰ ਲੱਗਦਾ ਕਿ ਜਦੋਂ ਤੁਸੀਂ ਇਹ ਬਾਕੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਜਦੋਂ ਕਈ ਵਾਰੀ ਮੈਂ ਬੈਠਦਾ ਹਾਂ ਨਾ ਕੁਰਸੀ 'ਤੇ ਆਪਣੇ ਕਮਰੇ ਅੰਦਰ, ਕਈ ਵਾਰੀ ਮੈਂ ਕਾਪੀ ਪੈਨ ਲੈ ਕੇ ਕਈ ਵਾਰੀ ਘੰਟਿਆਂ ਤਾਈਂ ਬੈਠਾ ਰਹਿਣਾ, ਕੁਝ ਨਹੀਂ ਆਉਂਦਾ ਇੱਦਾਂ। ਇਹ ਕੁਦਰਤੀ ਕੋਈ ਨਾ ਕੋਈ ਐਸੀ ਘੜੀ ਜਾਂ ਕੋਈ ਨਾ ਕੋਈ ਐਸਾ ਪਲ ਜਾਂ ਐਸਾ ਕੋਈ ਨਾ ਕੋਈ ਮੋਮੈਂਟ ਹੁੰਦਾ ਜਦੋਂ ਆਪ ਮੁਹਾਰੇ ਉਹ ਅੰਦਰੋਂ ਕੋਈ ਚੀਜ਼ ਆ ਜਾਂਦੀ ਹੈ ਨਾ। ਅਤੇ ਬਹੁਤੀ ਵਾਰੀ ਉਹ ਜਿਹੜੀ ਕੋਈ ਵੀ ਇੱਦਾਂ ਦਾ ਫੁਰਨਾ ਹੈ ਜਾਂ ਇਸ ਤਰ੍ਹਾਂ ਦੀ ਕੋਈ ਕਲਾਕਾਰੀ ਵਾਲੀ ਕੋਈ ਵੀ ਚੀਜ਼ ਹੈ, ਮੈਂ ਸਮਝਦਾ ਇਹ ਉਦੋਂ ਜਦੋਂ ਤੁਸੀਂ ਬਿਲਕੁਲ, ਮੇਰੇ ਖਿਆਲ ਨਾਲ ਉਹ ਮੋਮੈਂਟਸ ਵੀ ਬਹੁਤ ਬਖਸ਼ਿਸ਼ ਭਰੀਆਂ ਹੁੰਦੀਆਂ ਨੇ, ਹੈ ਨਾ। ਮੈਂ ਮਹਿਸੂਸ ਕਰਦਾ ਜਦੋਂ ਖਾਸ ਕਰਕੇ ਮੈਂ ਕਈ ਵਾਰੀ ਸੈਰ 'ਤੇ ਨੇਚਰ ਦੇ ਵਿੱਚ ਜਦੋਂ ਵਿਚਰ ਰਿਹਾ ਹੁੰਦਾ, ਜਦੋਂ ਚਿੜੀਆਂ ਦੀ ਚਹਿਚਹਾਹਟ ਕਹਿ ਲਈਏ ਜਾਂ ਹਵਾ ਦੇ ਪਾਉਣ ਦੇ ਜਿਹੜੇ ਬੁੱਲੇ ਨੇ ਤੁਹਾਨੂੰ ਛੂੰਹਦੇ ਨੇ, ਜਾਂ ਤੁਸੀਂ ਉਹ ਅੱਖਾਂ ਰਾਹੀਂ ਕੰਨਾਂ ਰਾਹੀਂ ਉਹ ਕਾਦਰ ਦੀ ਕੁਦਰਤ ਦੇ ਦੀਦਾਰ ਕਰ ਰਹੇ ਹੁੰਦੇ ਹੋ, ਤਾਂ ਉਹਨੂੰ ਮਾਣ ਰਹੇ ਹੁੰਦੇ ਹੋ, ਕਈ ਵਾਰੀ ਉਦੋਂ ਬੜਾ ਸੋਹਣਾ ਵਲਵਲਾ ਅੰਦਰੋਂ ਫੁੱਟਦਾ। ਅਤੇ ਤੁਹਾਨੂੰ ਹੁਣ ਤਾਂ ਚਲੋ ਹੁਣ ਟੈਕਨੋਲੋਜੀ ਹੈ, ਮੈਂ ਤਾਂ ਕਈ ਵਾਰੀ ਇਸ ਚੀਜ਼ ਦਾ ਇੱਦਾਂ ਵੀ ਲਾਭ ਲੈਂਦਾ ਕਿ ਮੈਂ ਫਟਾਫਟ ਉਹਨੂੰ ਰਿਕਾਰਡ ਕਰ ਲੈਂਦਾ ਜਾਂ ਕਈ ਵਾਰੀ ਫਟਾਫਟ ਉਹਨੂੰ ਲਿਖ ਲੈਂਦਾ ਉਸ ਵੇਲੇ। ਅਤੇ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਇਹ ਨਹੀਂ ਹੈਗਾ ਕਿ ਤੁਸੀਂ ਟੂਟੀ ਖੋਲ੍ਹੀ ਅਤੇ ਪਾਣੀ ਆ ਗਿਆ, ਇਹ ਬਖਸ਼ਿਸ਼ ਨਾਲ ਹੀ ਹੈ, ਪਤਾ ਨਹੀਂ ਗੁਰੂ ਸਾਹਿਬ ਦੀ, ਮੈਂ ਤਾਂ ਇਹ ਕਹੂੰਗਾ ਇਹ ਤਾਂ ਮੈਂ ਐਕਚੁਅਲੀ ਇੱਕ ਵਾਰੀ ਥੋੜ੍ਹੀ ਚਿਰ ਦੀ ਗੱਲ ਹੀ ਹੈ ਕਿ ਇੱਦਾਂ ਹੀ ਪਾਤਰ ਸਾਹਿਬ ਨਾਲ ਗੱਲ ਕਰਦੇ ਸੀ, ਕਿਉਂਕਿ ਸ਼ਾਇਰ ਹੋਏ ਸੁਰਜੀਤ ਪਾਤਰ ਸਾਹਿਬ, ਅਤੇ ਇਹੀ ਸਵਾਲ ਮੈਂ ਉਹਨਾਂ ਨੂੰ ਵੀ ਪੁੱਛਿਆ ਸੀਗਾ, ਅਤੇ ਉਹਨਾਂ ਨੇ ਵੀ ਬੜੀ ਗਹਿਰੀਆਂ ਡੂੰਘੀਆਂ ਕਵਿਤਾਵਾਂ ਲਿਖੀਆਂ, ਅਤੇ ਗੱਲ ਕਰਦੇ ਕਰਦੇ ਜਵਾਬ ਉਹਨਾਂ ਦਾ ਬਿਲਕੁਲ ਤੁਹਾਡੇ ਵਾਲਾ ਹੀ ਸੀਗਾ। ਅਤੇ ਭਾਵੇਂ ਮੇਰੇ ਖਿਆਲ ਗੱਲ ਅਧਿਆਤਮ ਦੀ ਹੋਵੇ, ਭਾਵੇਂ ਮਟੀਰੀਅਲ ਦੀ ਹੋਵੇ, ਮੇਰੇ ਖਿਆਲ ਜੋ ਗੁਰੂ ਮਹਾਰਾਜ ਦੀ ਬਖਸ਼ਿਸ਼ ਅੰਦਰੋਂ ਹੀ ਉਤਪੰਨ ਹੁੰਦੀ ਹੈ। ਅਤੇ ਬਹੁਤ ਮੈਨੂੰ ਲੱਗਦਾ ਕਿ ਇਹ 'ਚ ਕੋਈ ਸ਼ੰਕੇ ਵਾਲੀ ਗੱਲ ਨਹੀਂ ਰਹਿ ਜਾਂਦੀ ਫਿਰ ਜਦ ਤੁਸੀਂ ਗੱਲ ਕਰਤੀ। ਅਤੇ ਤੁਸੀਂ ਇਨਫੈਕਟ ਜਦੋਂ ਭਾਈ ਅਮਰੀਕ ਸਿੰਘ ਦੀ ਗੱਲ ਕਰਦੇ ਆ, ਜਿਨ੍ਹਾਂ ਨੇ ਤੁਹਾਡਾ ਲਿਖਿਆ ਬੇਸਿਕਲੀ ਮੁੱਖ ਬੰਦ, ਅਤੇ ਉਹਨਾਂ ਨੇ ਇੱਕ ਹੋਰ ਜ਼ਿਕਰ ਕੀਤਾ ਸਰਵਰ ਸਮਨ ਦਾ, ਜਿਹੜੀ ਕਿ ਹਾਂਜੀ, ਅਤੇ ਉਹਦੇ ਵਿੱਚ ਤੁਸੀਂ ਗੁਰੂ ਮਹਾਰਾਜ ਦੀ ਜਿਹੜੇ ਰਾਗਾਂ ਦੇ ਵਿੱਚ ਬਾਣੀ ਹੈ ਉਹਦਾ ਜ਼ਿਕਰ ਵੀ ਕੀਤਾ, ਅਤੇ ਉਹਦੇ ਵਿੱਚ ਇੱਕ ਇਹ ਵੀ ਗੱਲ ਕੀਤੀ ਕਿ ਉਹ ਤੁਹਾਡੀ ਜਿਹੜੀ ਪ੍ਰੇਰਨਾ ਸੀ ਤੁਹਾਡੇ ਉਸਤਾਦ ਜੀ ਤੋਂ ਹੋਈ, ਉਹਨੂੰ ਉਸ ਚੀਜ਼ ਦੀ ਤੁਹਾਨੂੰ ਲਿਖਣ ਦੀ। ਅਤੇ ਅਸੀਂ ਤੁਹਾਡੇ ਉਸਤਾਦ ਜੀ ਦੇ ਬਾਰੇ ਕੋਈ ਬਹੁਤ ਜ਼ਿਆਦਾ ਨਹੀਂ ਜਾਣਦੇ, ਜੇ ਉਹਨਾਂ ਬਾਰੇ ਕੁਛ ਇੱਕ ਥੋੜ੍ਹਾ ਜਿਹਾ ਉਹਨਾਂ ਚਾਨਣ ਪਾਓ ਤਾਂ। ਦੇਖੋ, ਜਦੋਂ ਮੈਂ ਜਿਵੇਂ ਦੱਸਿਆ ਕਿ ਸਾਡੇ ਉਸ ਵੇਲੇ ਨਗਰ ਦੇ ਵਿੱਚ ਵੀ ਜਦੋਂ ਮੈਂ ਗਰੋ ਅਪ ਹੋ ਰਿਹਾ ਸੀਗਾ ਮੈਂ, ਅਤੇ ਉਦੋਂ ਗੁਰਸਿੱਖ ਸੱਜਣਾਂ ਨਾਲ ਕਿਸੇ ਨਾਲ ਮੇਲ ਹੋਇਆ, ਅਤੇ ਉਹਨਾਂ ਨੇ ਹੀ ਫਿਰ ਮੈਨੂੰ ਇੰਟਰੋਡਿਊਸ ਕੀਤਾ ਸੀ ਪ੍ਰੋਫੈਸਰ ਸਾਹਿਬ ਨਾਲ। ਅਤੇ ਪ੍ਰੋਫੈਸਰ ਸਾਹਿਬ ਦੀ ਸ਼ਖਸੀਅਤ ਬਹੁਤ ਹੀ ਉੱਚੀ ਸੁੱਚੀ ਵਧੀਆ ਗੁਰਸਿੱਖ ਵਾਲੀ ਸੀ, ਔਰ ਉਹਨਾਂ ਨੇ ਬਹੁਤ ਜ਼ਿਆਦਾ ਪਿਆਰ ਅਸੀਸਾਂ ਦਿੱਤੀਆਂ, ਅਤੇ ਵਿੱਦਿਆ ਜਿਹੜੀ ਰਾਗ ਦੀ ਮੇਰੀ ਝੋਲੀ ਪਾਈ ਉਹਨਾਂ ਨੇ, ਹੈ ਨਾ, ਉਹਨਾਂ ਨੇ ਸਿਖਾਇਆ। ਅਤੇ ਇੱਕ ਚੀਜ਼ ਜੋ ਹੋਰ ਸਿੱਖੀ ਉਹਨਾਂ ਕੋਲੋਂ, ਅਤੇ ਖੈਰ ਸਿੱਖੀ ਦਾ ਸਿਧਾਂਤ ਵੀ ਇਹੀ ਹੈ ਵੰਡ ਛਕਣ ਦਾ, ਉਹ ਵੀ ਵੰਡ ਛਕ ਰਹੇ ਸਨ, ਅਤੇ ਅਸੀਂ ਵੀ ਹੁਣ ਵੰਡ ਛਕਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੋ ਸਮੁੰਦ ਸਾਗਰ ਜਾਂ ਸਵਰ ਸਮੁੰਦ ਜਿਹੜਾ ਕਿਤਾਬਾਂ ਜਿਹੜੀਆਂ ਉਹਨਾਂ ਨੇ ਰਚਨਾ ਕੀਤੀਆਂ, ਅਤੇ ਅਸੀਂ ਤਾਂ ਉਹਦੀ ਬੂੰਦ ਪੀਵਣ ਹਾਰੇ ਹਾਂ। ਜਿੰਨਾ ਸਾਗਰ ਅਥਾਹ ਸਾਗਰ ਹੈ ਸੰਗੀਤ, ਉਹਦੇ ਤਾਂ ਮੈਨੂੰ ਲੱਗਦਾ ਅਸੀਂ ਕੁਝ ਕੁ ਬੂੰਦਾਂ ਹੀ ਹਜੇ ਚੱਖੀਆਂ, ਅਤੇ ਮੈਨੂੰ ਲੱਗਦਾ ਕਿ ਜਿੰਨੀਆਂ ਕਿ ਚੱਖੀਆਂ, ਅਤੇ ਹੁਣ ਸਾਡਾ ਇਹ ਫਰਜ਼ ਵੀ ਬਣਦਾ ਕਿ ਐਜ਼ ਅ ਸਿੱਖ, ਐਜ਼ ਅ ਸਿੱਖਣ ਵਾਲੇ ਅਸੀਂ ਅੱਗੇ ਵੀ ਇਸ ਨੂੰ ਵੰਡ ਸਕੀਏ। ਸੋ ਇਸ ਸਿਧਾਂਤ ਨੂੰ ਮੁੱਖ ਰੱਖ ਕੇ ਹੀ ਉਹ ਵੀਡੀਓ ਬਣਾਉਣ ਦਾ ਜਾਂ ਹੋਰ ਜਿਹੜੇ ਇਸ ਤਰ੍ਹਾਂ ਦੇ ਜਿੰਨੇ ਵੀ ਕਾਰਜ ਨੇ ਉਹਨਾਂ ਦਾ ਮੁੱਖ ਮਨੋਰਥ ਇਹੀ ਹੁੰਦਾ ਕਿ ਜਿਹੜਾ ਵੰਡ ਛਕਣ ਦਾ ਸਿਧਾਂਤ ਹੈ, ਅਤੇ ਕਿਉਂਕਿ ਇਕੱਲਾ ਲੰਗਰ ਤੱਕ ਨਹੀਂ, ਇਹ ਬਹੁਤ ਹੀ ਜਿਹੜਾ ਵਿਸ਼ਾਲ ਇਹਦਾ ਹੈਗਾ ਕਨਸੈਪਟ, ਅਤੇ ਮੈਂ ਸਮਝਦਾ ਕਿ ਉਹ ਗੁਰਸਿੱਖੀ ਕਮਾਉਣ ਦਾ ਹੀ ਇੱਕ ਛੋਟਾ ਜਿਹਾ ਇੱਕ ਉੱਦਮ ਹੈ ਬਸ। ਇਹ ਬਹੁਤ ਵਧੀਆ, ਮੈਨੂੰ ਲੱਗਦਾ ਕਿ ਤੁਹਾਡੀ ਗੱਲਾਂ ਸੁਣ ਕੇ ਤੁਹਾਡੇ ਪ੍ਰਸਪੈਕਟਿਵ ਇੱਕੋ ਦਮ ਤੁਹਾਨੂੰ ਲੱਗਦਾ ਯਾਰ ਇਸ ਪੱਖ ਤੋਂ ਤਾਂ ਮੈਂ ਸੋਚਿਆ ਹੀ ਨਹੀਂ, ਪਰ ਬਹੁਤ ਵਧੀਆ ਤੁਸੀਂ ਇਹ ਗੱਲ ਨੂੰ ਬਹੁਤ ਚੰਗੇ ਸੁਚੱਜੇ ਢੰਗ ਨਾਲ ਸਮਝਾਇਆ। ਮੈਨੂੰ ਲੱਗਦਾ ਕਿ ਜੀ ਕਰਦਾ ਤੁਹਾਡੇ ਨਾਲ ਗੱਲਾਂ ਕਰੀ ਜਾਈਏ। ਅਤੇ ਪਰ ਹੁਣ ਜਿਹੜੀ ਦੂਸਰੀ ਗੱਲ ਕਰਨੀ ਆ ਉਹ
ਇੱਕ ਸਾਡੇ ਗਿਆਨੀ ਸੰਤੋਖ ਸਿੰਘ ਮੰਨੀ ਪਰਮੰਨੀ ਸ਼ਖਸੀਅਤ ਆਸਟ੍ਰੇਲੀਆ ਦੇ, ਤੇ ਉਹਨਾਂ ਨੇ ਵੀ ਇਸ ਕਿਤਾਬ ਦੇ ਬਾਰੇ ਉਹਨਾਂ ਨੇ ਆਪਣੇ ਸ਼ਬਦਾਂ ਵਿੱਚ ਲਿਖਿਆ, 2 ਸ਼ਬਦ ਲਿਖੇ ਆ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਤੁਹਾਡੇ ਬਾਰੇ ਜਦੋਂ ਗੱਲ ਕਰਦੇ ਆ ਤਾਂ ਕਹਿੰਦੇ ਆ ਤੁਸੀਂ ਜਦੋਂ ਤੁਹਾਡੀ ਕੀਰਤਨਾਂ ਦੀ ਸ਼ੈਲੀਆਂ ਦੀ ਗੱਲ ਕਰਦੇ ਆ ਤਾਂ ਉਹ ਲਿਖਦੇ ਆ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਾ ਕਲਾਸੀਕਲ ਕੀਰਤਨ, ਜੋਟੀਆਂ ਵਾਲਾ ਕੀਰਤਨ, ਵਿਆਖਿਆ ਸਹਿਤ ਕੀਰਤਨ, ਅਖੰਡ ਕੀਰਤਨੀ ਜਥੇ ਵਾਲਾ ਕੀਰਤਨ, ਅਤੇ ਉਹ ਇੰਨੇ ਸਾਰੇ ਕੀਰਤਨ ਦੀਆਂ ਸ਼ੈਲੀਆਂ ਦੀ ਗੱਲ ਕਰਦੇ ਆ ਕਿ ਜਿਹੜੀ ਤੁਹਾਨੂੰ ਬਖਸ਼ਿਸ਼ ਹੈ ਜਿਹੜੀ ਤੁਸੀਂ ਗਾਇਨ ਕਰਦੇ ਹੋ। ਅਤੇ ਮੇਰਾ ਉੱਥੋਂ ਇੱਕ ਸਵਾਲ ਇਹ ਹੈ ਕਿ ਜਿਹੜੀਆਂ ਅਲੱਗ ਸ਼ੈਲੀਆਂ ਨੇ ਕੀਰਤਨ ਦੀਆਂ, ਤੁਸੀਂ ਉਹਨਾਂ ਦੀ ਕੋਈ ਪ੍ਰੋਪਰ ਟ੍ਰੇਨਿੰਗ ਲਈ ਹੈ ਕਿ ਜਿਸ ਮਾਹੌਲ ਦੇ ਵਿੱਚ ਤੁਸੀਂ ਹੁੰਦੇ ਹੋ ਉਹ ਮਾਹੌਲ ਆਪਣੇ ਆਪ ਹੀ ਹਾਵੀ ਹੋ ਕੇ ਤੁਹਾਡੇ ਤੋਂ ਉਸ ਤਰ੍ਹਾਂ ਦਾ ਕੀਰਤਨ ਕਰਵਾ ਦਿੰਦਾ? ਦੇਖੋ, ਮੈਂ ਇਹਨੂੰ ਇਸ ਤਰ੍ਹਾਂ ਦੇਖਦਾ ਅਮਰਦੀਪ ਵੀਰ ਜੀ ਕਿ ਕੀਰਤਨ ਤਾਂ ਕੀਰਤਨ ਹੈ ਜੀ, ਹੈ ਨਾ। ਕੀਰਤਨ ਤਾਂ ਸਿਫਤ ਸਲਾਹ ਹੈ ਕਰਤੇ ਦੀ, ਹੈ ਨਾ। ਅਸੀਂ ਗੁਰਬਾਣੀ ਗਾਉਂਦੇ ਹਾਂ ਅਤੇ ਉਹ ਚਾਹੇ ਜਿਸ ਤਰ੍ਹਾਂ ਮਰਜ਼ੀ ਗਾ ਲਈਏ, ਅਤੇ ਉਸ ਦੀ ਜਿਹੜਾ ਉਹਦਾ ਪ੍ਰਤਾਪ ਹੈ ਜਾਂ ਉਸ ਦੇ ਜਿਹੜੇ ਸਿਫਤ ਸਲਾਹ ਹੈ ਕਰਤੇ ਦੀ, ਜਾਂ ਉਸ ਗੁਰਬਾਣੀ ਦਾ ਜਿਹੜਾ ਅਸਰ ਹੈ, ਉਹ ਮਨ ਨੇ ਸੁਤੇ ਸਿੱਧ ਉਦੋਂ ਹੀ ਕਬੂਲਣਾ ਜਦੋਂ ਅਸੀਂ ਧਿਆਨ ਦੇ ਨਾਲ ਜਾਂ ਮਨ ਕਰਕੇ ਗੁਰਬਾਣੀ ਗਾਈ, ਹੈ ਨਾ। ਅਤੇ ਬਾਕੀ ਰਹੀ ਗੱਲ ਸ਼ੈਲੀਆਂ ਦੀ, ਉਹ ਮੈਨੂੰ ਇੱਦਾਂ ਲੱਗਦਾ ਕਿ ਅਗੇਨ ਉਹੀ ਗੱਲ ਹੈ, ਇਹ ਬਾਹਰਲੀਆਂ ਗੱਲਾਂ ਹੀ ਨੇ, ਇਹ ਸ਼ੈਲੀਆਂ ਤਾਂ ਹੁਣ ਪ੍ਰਚਲਿਤ ਹੋ ਗਈਆਂ, ਹੈ ਨਾ। ਗੁਰੂ ਨਾਨਕ ਦੇਵ ਮਹਾਰਾਜ ਦੀ ਜਿਹੜੀ ਸੀ ਸ਼ੈਲੀ ਜਾਂ ਜੇ ਕਹੀਏ ਜੀ ਉਹਨਾਂ ਦਾ ਸਟਾਈਲ ਹੋਏਗਾ ਕੋਈ, ਹੈ ਨਾ। ਅਤੇ ਪਤਾ ਨਹੀਂ ਮੈਨੂੰ ਕਿ ਉਸ ਡਿਸਕਸ਼ਨ 'ਚ ਆਪਾਂ ਕਿੰਨੀ ਕੁ ਦੂਰ ਤੱਕ ਜਾ ਸਕਦੇ ਹਾਂ, ਪਰ ਮੈਨੂੰ ਇੱਦਾਂ ਲੱਗਦਾ ਕਿ ਉਹੀ ਗੱਲ ਹੈ। ਗੁਰੂ ਸਾਹਿਬ ਨੇ ਵੀ ਇਹੀ ਫੈਸਲਾ ਦਿੱਤਾ ਕਿ ਕੋਈ ਗਾਵੇ ਰਾਗੀ ਨਾਦੀ ਬੇਦੀ ਭਾਂਤ ਕਰਨੀ, ਹਰ ਹਰ ਪੀਜੈ ਰਾਮ ਜੀ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨ ਰੋਏ ਕਹਿ ਕੀ ਜੈ, ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਨਾ, ਉਹਦੀ ਗੱਲ ਹੈ। ਸੋ ਹਿਰਦਾ ਸ਼ੁੱਧ ਦੀ ਇਹ ਗੱਲ ਹੈ, ਬਾਕੀ ਕੰਨ ਰਸ ਹੈ ਜੋ ਵੀ ਹੈਗਾ। ਪਰ ਸ਼ੈਲੀਆਂ ਜਿਹੜੀਆਂ ਹੁਣ ਪ੍ਰਚਲਿਤ ਹੋ ਗਈਆਂ ਨੇ, ਉਹ ਇੱਕ ਮੇਰੇ ਮਨ ਦਾ ਇੱਕ ਵਲਵਲਾ, ਸੱਚੀ ਗੱਲ ਮੈਂ ਦੱਸਦਾ ਇਹ ਹੈ ਕਿ ਜਦੋਂ ਕੀਰਤਨ ਕਰਦੇ ਹਾਂ ਤਾਂ ਮੈਨੂੰ ਇੱਦਾਂ ਲੱਗਦਾ ਕਿ ਜੇ ਅਸੀਂ ਜਿਹੜੀ ਸੰਗਤ ਵਿੱਚ ਤੁਸੀਂ ਬੈਠੇ ਹੋਵੋ ਉਸ ਵੇਲੇ, ਹੈ ਨਾ, ਜਿਸ ਤਰ੍ਹਾਂ ਦੇ ਸਰੋਤਿਆਂ ਦੇ ਵਿੱਚ ਹੁੰਦੇ ਹੋ, ਅਤੇ ਕੋਸ਼ਿਸ਼ ਤਾਂ ਇਹੀ ਕਰਦਾ ਕਿ ਕੀਰਤਨ ਦੀ ਪ੍ਰਧਾਨਤਾ, ਗੁਰਬਾਣੀ ਦੀ ਪ੍ਰਧਾਨਤਾ ਬਣੀ ਰਹੇ, ਔਰ ਜਿਹੜੇ ਰਾਗ ਹੈ ਜਾਂ ਰੀਤਾਂ ਨੇ ਸੈਕੰਡਰੀ ਚੀਜ਼ਾਂ ਨੇ, ਲੇਕਿਨ ਫਿਰ ਵੀ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਹੀ ਪੇਸ਼ ਕੀਤਾ ਜਾਏ ਕਿ ਸੰਗਤ ਜਿਹੜੀ ਹੈ ਉਹ ਸਹਿਜੇ ਜੁੜ ਜਾਏ। ਬਸ ਮੈਂ ਵੀ ਜੁੜਾਂ, ਮੈਂ ਜੁੜਾਂਗਾ ਤਾਂ ਸ਼ਾਇਦ ਸੱਚੇ ਪਾਤਸ਼ਾਹ ਮਿਹਰ ਕਰਨ ਜਿਹੜੀ ਸੰਗਤ ਵੀ ਹੈ ਉਹ ਆਪੇ ਹੀ ਆਪਣੇ ਆਪ ਹੀ ਉਹ ਜੁੜੇਗੀ। ਸੋ ਤੁਹਾਡੇ ਕਹਿਣ ਦਾ ਮਤਲਬ ਕਿ ਇਸ ਸੰਗਤ ਦਾ ਪ੍ਰਭਾਵ ਹੁੰਦਾ ਜਿਸ ਸੰਗਤ ਦੇ ਵਿੱਚ ਤੁਸੀਂ ਹੁੰਦੇ ਹੋ, ਹੈਗਾ ਹੁੰਦਾ, ਬਿਲਕੁਲ ਠੀਕ। ਅਤੇ ਮੈਂ ਤੁਸੀਂ ਗੱਲ ਕੀਤੀ ਗੁਰਬਾਣੀ ਦਾ ਜਿਹੜਾ ਤੱਤ ਹੈ, ਉਹ ਤਾਂ ਭਾਵੇਂ ਤੁਸੀਂ ਪੜ੍ਹ ਕੇ ਸਹਿਜੇ ਹੀ ਪੜ੍ਹ ਲਓ ਤਾਂ ਉਹ ਤਾਂ ਉਹੀ ਹੈ, ਪਰ ਤੁਸੀਂ ਗੁਰਬਾਣੀ ਨਾਲ ਜੇ ਪਿਆਰ ਪਾਉਣਾ ਹੈ, ਜਾਂ ਕਈ ਵਾਰੀ ਐ ਹੁੰਦਾ ਹੈ ਕਿ ਅਸੀਂ ਕੰਨ ਰਸ 'ਤੇ ਜਾਂ ਅਸੀਂ ਵਿਕਾਰਾਂ ਦੇ ਗੁਲਾਮ ਤਾਂ ਹੈਗੇ ਹੀ ਹਾਂ, ਅਤੇ ਕਈ ਵਾਰੀ ਹੁਣ ਜਿੱਦਾਂ ਮੈਂ ਤੁਹਾਡਾ ਇੱਕ ਉਦਾਹਰਣ ਦੇਵਾਂ, ਤੁਹਾਡੀ ਇੱਕ ਕੀਰਤਨ ਦੇ ਵਿੱਚ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਿਹੜਾ YouTube 'ਤੇ ਅਵੇਲੇਬਲ ਹੈ, ਅਤੇ ਮੈਨੂੰ ਪਤਾ ਨਹੀਂ ਕਿੰਨੇ ਹੀ ਮਿਲੀਅਨਸ ਲੋਕਾਂ ਨੇ ਉਹ ਬਾਣੀ ਸੁਣੀ ਆ। ਅਤੇ ਕਈ ਵਾਰੀ ਨਾ ਅਸੀਂ ਕੋਈ ਲੌਂਗ ਟ੍ਰਿਪ 'ਤੇ ਜਾਈਏ ਅਤੇ ਉਹ ਨਾਲ ਲਗਾ ਲਈਦਾ, ਅਤੇ ਉਹ ਬਾਣੀ ਤਾਂ ਬਾਣੀ ਹੋਈ ਆ ਸੀ ਬਿਲਕੁਲ, ਅਤੇ ਸੁਖਮਨੀ ਸਾਹਿਬ ਜੇ ਤੁਸੀਂ ਪੜ੍ਹ ਵੀ ਲੈਂਦੇ ਹੋ ਤਾਂ ਵੀ ਹੈ, ਪਰ ਉਹ ਜਦ ਤੁਸੀਂ ਉਹ ਬਾਣੀ ਸੁਣਦੇ ਹੋ ਉਸ ਕੀਰਤਨ ਦੀ ਸ਼ੈਲੀ ਦੇ ਵਿੱਚ, ਅਤੇ ਉਹ ਤੁਸੀਂ ਪਹੁੰਚਣ ਤੋਂ ਬਾਅਦ ਵੀ ਰਾਤੀ ਸੁੱਤਿਆਂ ਵੀ ਤੁਹਾਡੇ ਕੰਨ 'ਚ ਕਈ ਨਾ ਕਈ ਅਸ਼ਟਪਦੀ ਚੱਲਦੀ ਰਹਿੰਦੀ, ਕੋਈ ਸ਼ਲੋਕ ਚੱਲਦਾ ਰਹਿੰਦਾ। ਅਤੇ ਮੈਨੂੰ ਲੱਗਦਾ ਹੈ ਕਿ ਜਦੋਂ ਉਹ ਮਿਊਜ਼ਿਕ ਦੇ ਵਿੱਚ ਉਹ ਚੀਜ਼ ਆ ਜਾਂਦੀ ਹੈ, ਜਾਂ ਉਹ ਜਿਹੜੀ ਰਾਗ ਦੇ ਵਿੱਚ ਉਹ ਚੀਜ਼ ਆ ਜਾਂਦੀ ਹੈ, ਅਤੇ ਉਹ ਤੁਹਾਡੇ 'ਤੇ ਕਈ ਵਾਰੀ ਇੰਨਾ ਜ਼ਿਆਦਾ ਤੁਹਾਡੀ ਇੰਦਰੀਆਂ 'ਤੇ ਪ੍ਰਭਾਵ ਪਾ ਦਿੰਦੀ ਹੈ ਕਿ ਤੁਹਾਨੂੰ ਸੁੱਤੇ ਸਿੱਧ ਵੀ ਉਹ ਤੁਸੀਂ ਰਿਪੀਟ ਕਰਦੇ ਰਹਿੰਦੇ ਹੋ, ਅਤੇ ਉਹ ਮੈਨੂੰ ਕਹਿੰਦਾ ਕਿ ਤੁਹਾਨੂੰ ਉਹ ਕਹਿੰਦੇ ਨਾਲੇ ਪੁੰਨ ਅਤੇ ਨਾਲੇ ਫਲੀਆਂ। ਹਾਂਜੀ, ਬਿਲਕੁਲ ਠੀਕ ਗੱਲ ਹੈ। ਔਰ ਜਿਹੜੀ ਪਹਿਲਾਂ ਗੱਲ ਆਪਾਂ ਸ਼ੈਲੀ ਦੀ ਕੀਤੀ ਸੀ, ਇੱਕ ਗੱਲ ਹੋਰ ਮੈਂ ਕਹਿ ਰਿਹਾ ਕਿ ਕੁਦਰਤੀ ਤੌਰ 'ਤੇ ਇੱਕ ਨਾ ਮਨ ਦਾ ਹੁਣ ਇੱਕ ਮਾਈਂਡ ਸੈਟ ਇਹੋ ਜਿਹਾ ਵੀ, ਪਤਾ ਨਹੀਂ, ਮੈਂ ਆਪਣੀ ਗੱਲ ਦੱਸਦਾ ਵੀ ਇਸ ਤਰ੍ਹਾਂ ਹੈਗਾ ਕਿ ਮੈਨੂੰ ਇਹ ਲੱਗਦਾ ਰਹਿੰਦਾ ਕਿ there are so many different ways, ਹੈ ਨਾ, there are so many things to learn, ਹੈ ਨਾ, ਐਜ਼ ਅ ਸਿੱਖ ਵੀ, ਔਰ ਉਸ ਤਰ੍ਹਾਂ ਵੀ ਜੇ ਕਿਸੇ ਵੀ ਪਾਸੇ ਤੁਸੀਂ ਨਿਕਲ ਜਾਓ। ਹੁਣ ਜੇ ਆਪਾਂ ਕੀਰਤਨ ਵਾਲੇ ਪਾਸੇ ਚੱਲ ਜਾਈਏ ਤਾਂ ਹੁਣ ਇਹਦੀਆਂ ਵੀ ਜਿਵੇਂ ਪਹਿਲਾਂ ਕਿ ਕਿੰਨੀਆਂ ਸ਼ੈਲੀਆਂ ਪ੍ਰਚਲਿਤ ਹੋ ਗਈਆਂ, ਅਤੇ ਮਨ 'ਚ ਇਹ ਰਹਿੰਦਾ ਜ਼ਰੂਰ ਹੈ ਕਿ ਇਹ ਵੀ ਦੇਖਿਆ ਜਾਏ, ਇਹ ਵਾਲਾ ਜਿਹੜਾ ਸਟਾਈਲ ਕਹਿ ਲਈਏ ਆਪਾਂ ਨਾ, ਸ਼ੈਲੀ, ਇਹਨੂੰ ਵੀ ਗਾਇਆ ਜਾਏ, ਇਹਨੂੰ ਵੀ ਗਾਇਆ ਜਾਏ, ਇਹਨੂੰ ਵੀ ਗਾਇਆ ਜਾਏ, ਪਰ ਜਿਵੇਂ ਵੀ ਗਾਇਆ ਜਾਏ ਕੀਤਾ ਮਨੋ ਜਾਏ, ਹੈ ਨਾ, ਮਤਲਬ ਦਿਲੋਂ ਕੀਤਾ ਜਾਏ। ਲੇਕਿਨ ਅਲੱਗ-ਅਲੱਗ ਚੀਜ਼ਾਂ ਨੂੰ ਐਕਸਪਲੋਰ ਕਰਨ ਦੀ ਜਿਹੜੀ ਉਹ ਇੱਕ ਹੁੰਦੀ ਹੈ ਨਾ ਇੱਕ ਸੋਚ,
ਆਈ ਥਿੰਕ ਉਹ ਮੇਰੇ ਕੋਲੋਂ ਕਈ ਵਾਰੀ ਇਹ ਚੀਜ਼ ਜਿਹੜੀ ਹੈਗੀ ਇੱਧਰਲੇ ਪਾਸੇ ਤੋਰ ਦਿੰਦੀ ਹੈ, ਅਲੱਗ-ਅਲੱਗ ਸ਼ੈਲੀਆਂ ਨੂੰ ਗਾਉਣਾ ਜਾਂ ਕਿਸ ਤਰੀਕੇ ਦੇ ਨਾਲ, ਜਾਂ ਸਾਜ਼ਾਂ ਨੂੰ ਵਜਾਉਣਾ ਕਹਿ ਲਈਏ, ਜਾਂ ਐਕਸਪਲੋਰੇਸ਼ਨ ਦੀ ਜਿਹੜੀ ਭਾਵਨਾ ਹੈ ਜਾਂ ਤੇ ਨਹੀਂ, ਮੈਨੂੰ ਲੱਗਦਾ ਹੈ ਕਿ ਤੁਹਾਡੀ 'ਚ ਇਹ ਭਾਵਨਾ ਹੀ ਹੈ, ਤਾਂ ਹੀ ਤੁਹਾਡਾ ਜਿਹੜਾ ਹੁਨਰ ਵੀ ਉਹ ਵੀ ਹਰ ਰੋਜ਼ ਤਰਾਸ਼ਿਆ ਜਾਂਦਾ। ਅਤੇ ਅਸੀਂ ਵੱਡ ਭਾਗੇ ਹਾਂ, ਅਸੀਂ ਮੈਨੂੰ ਲੱਗਦਾ ਹੈ ਕਿ ਜਿੰਨਾ ਤੱਕ ਤੁਹਾਡੀ ਗਾਇਨ ਕੀਤੀ ਹੋਈ ਬਾਣੀ ਦੀ ਪਹੁੰਚ ਆ, ਅਸੀਂ ਸਾਰੇ ਵੱਡੇ ਭਾਗਾਂ ਵਾਲੇ ਹਾਂ ਕਿ ਸਾਨੂੰ ਸੁਣਨ ਨੂੰ ਮਿਲਦਾ ਰਹਿੰਦਾ। ਅਤੇ ਹੁਣ ਗੱਲ ਕਰਦੇ ਹਾਂ ਖੇਮ ਖਜ਼ਾਨਾ ਦੀ, ਜਿਸ ਕਰਕੇ ਅਸੀਂ ਮੇਨਲੀ ਅੱਜ ਗੱਲਬਾਤ ਦਾ ਸਾਡਾ ਮੇਨ ਵਿਸ਼ਾ। ਅਤੇ ਉਹਦੀ ਭੂਮਿਕਾ ਦੇ ਵਿੱਚ ਤੁਸੀਂ ਇੱਕ ਗੱਲ ਕਹੀ ਹੈ ਕਿ ਇਹ ਕੇਵਲ ਕਵਿਤਾਵਾਂ ਅਤੇ ਲੇਖਾਂ ਦਾ ਸੰਗ੍ਰਹਿ ਨਹੀਂ ਹੈ, ਇਹਦੇ ਵਿੱਚ ਤਜਰਬੇ ਨੇ, ਇਹਦੇ ਵਿੱਚ ਜੀਵਨ ਜਾਂਚ ਵੀ ਹੈ। ਅਤੇ ਇਹਦੀ ਜਿਹੜੀ ਮੈਨੂੰ ਲੱਗਦਾ ਕਿ ਪ੍ਰੇਰਨਾ ਕਿੱਥੋਂ ਹੋਈ, ਸਭ ਤੋਂ ਪਹਿਲਾਂ ਜੀ ਸਾਨੂੰ ਦੱਸਿਓ। ਦੇਖੋ, ਜਿਹੜੀਆਂ ਕਵਿਤਾਵਾਂ ਸੀ ਜਾਂ ਇਹ ਜੋ ਲੇਖ ਸਨ, ਇਹ ਤਾਂ ਚਲੋ ਕਾਫੀ ਚਿਰ ਤੋਂ ਹੀ ਇਹ ਚੱਲਦਾ ਹੀ ਆ ਰਿਹਾ ਸੀਗਾ, ਹੈ ਨਾ, ਜਾਂ ਕੁਛ ਨਾ ਕੁਛ, ਪਰ ਮੈਂ ਲਿਖ ਲੈਣਾ, ਪਰ ਉਹਨੂੰ ਕਈ ਵਾਰੀ ਸਾਂਭਣਾ ਨਾ, ਹੈ ਨਾ। ਅਤੇ ਫਿਰ ਇੱਕ ਮੈਂ ਛੋਟਾ ਜਿਹਾ ਜ਼ਿਕਰ ਵੀ ਕੀਤਾ ਕਿ ਮੇਰੇ ਨਾਲ ਜਦੋਂ ਇੱਕ ਹਾਦਸਾ ਹੋਇਆ, ਅਤੇ ਉਸ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਇਸ ਚੀਜ਼ ਨੂੰ ਈਂਧਣ ਲੈਣ ਲੱਗ ਗਿਆ ਕਿ ਜੋ ਵੀ ਹੈ ਹੋਣੀ ਹੈ ਨਾ, ਇਹ ਪਲ ਦੇ ਵਿੱਚ ਹੀ ਸਾਰਾ ਕੁਛ ਜੀਵਨ ਹੈ, ਇਹੀ ਹੈ ਨਾ। ਅਤੇ ਉਹ ਵਾਕਈ ਗੁਰੂ ਸਾਹਿਬ ਵੀ ਇਸ ਗੱਲ ਦੀ ਪ੍ਰੋੜਤਾ ਕਰਦੇ ਹਨ ਵੀ ਵਰਤਮਾਨ ਵਿੱਚ ਵਰਤਦਾ, ਹੈ ਨਾ, ਜਿਹੜਾ ਪਰਮੇਸ਼ਰ ਹੈ ਉਹ ਹੁਣ ਦੇ ਵਿੱਚ ਹੈ ਨਾ। ਬਾਕੀ ਪਾਸਟ ਜਾਂ ਫਿਊਚਰ ਇਹ ਸਾਡੀਆਂ ਹੀ ਬਣਾਈਆਂ ਮਾਨਸਿਕ ਤੌਰ 'ਤੇ ਜਿਹੜੀਆਂ ਹੈਗੀਆਂ ਸਪੇਸ ਬਣੀ ਹੋਈ ਹੈ, ਲੇਕਿਨ ਜੋ ਹੁਣ ਹੈ ਇਹਦੇ ਵਿੱਚ ਹੀ ਪਰਮੇਸ਼ਰ ਵਾਸਤੇ, ਇਹਦੇ 'ਤੇ ਹੀ ਫੋਕਸ ਕਰਨਾ, ਇਹਦੇ 'ਤੇ ਧਿਆਨ ਕਰਨਾ ਹੈ। ਅਤੇ ਬੜੇ ਦੁੱਖਾਂ ਦਾ ਇਲਾਜ, ਬੜੇ ਜਿਹੜੇ ਸਾਡੇ ਹੈਗੇ ਨੇ ਤੋਖਲੇ, ਸਾਰੀਆਂ ਇਹਨਾਂ ਚੀਜ਼ਾਂ ਦਾ ਇਲਾਜ ਵੀ ਇਹੀ ਹੈ ਕਿ ਹੁਣ ਦੇ ਵਿੱਚ। ਅਤੇ ਖੈਰ ਮੈਂ ਵਾਪਸ ਆਵਾਂ ਕਿ ਫਿਰ ਉਸ ਤੋਂ ਬਾਅਦ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਗਿਆ ਕਿ ਹੁਣ ਇਹਨੂੰ ਸਾਂਭਿਆ ਜਾਏ, ਔਰ ਮੇਰੀ ਸਿੰਘਣੀ ਨੇ ਵੀ ਮੈਨੂੰ ਕਾਫੀ ਪ੍ਰੇਰਣਾ ਕੀਤੀ ਵੀ ਇਹਨਾਂ ਨੂੰ ਵੀ ਕੁਛ ਕਰੋ, ਤੁਸੀਂ ਸਾਂਭਦੇ ਨਹੀਂ ਹਨ। ਅਤੇ ਫਿਰ ਮੇਰੇ ਡਾਕਟਰ ਨੇ ਵੀ, ਜਦੋਂ ਉਹਨੇ ਕਹਿਣਾ ਕਿ ਤੇਰੇ ਨਾਲ ਇਸ ਤਰ੍ਹਾਂ ਹੋਇਆ, ਤੂੰ ਕਿਉਂ ਨਹੀਂ ਤੂੰ ਗੱਲਾਂ ਕਰਦਾ, ਅਤੇ ਇਹਨੂੰ ਕਿਉਂ ਨਾ ਥੋੜ੍ਹਾ ਜਿਹਾ ਕਿਤਾਬਬੱਧ ਕਰ ਦਈਏ। ਅਤੇ ਮੈਨੂੰ ਵੀ ਲੋੜ ਮਹਿਸੂਸ ਹੋਈ ਕਿ ਇਹਨੂੰ ਕਿਤਾਬਬੱਧ ਕੀਤਾ ਜਾਏ, ਜਿਹੜੇ ਮੇਰੇ ਆਪਣੇ ਤਜਰਬੇ ਆ ਜਾਂ ਮਨ ਦੇ ਵਲਵਲੇ ਨੇ, ਹਨ, ਇਹਨਾਂ ਚੀਜ਼ਾਂ ਨੂੰ ਕਿਤਾਬਬੱਧ ਕੀਤਾ ਜਾਏ, ਤਾਂ ਜੋ ਕਿਉਂਕਿ ਮੈਂ ਸਮਝਦਾ ਕਿ ਜੇ ਤੁਸੀਂ ਰਾਹ 'ਤੇ ਕਿਤੇ ਚੱਲਦੇ ਹੋ ਮਾਰਗ 'ਤੇ, ਅਤੇ ਕਈ ਵਾਰੀ ਤੁਹਾਨੂੰ ਹੁੰਦਾ ਨਾ ਕਿ ਮਾਰਗ 'ਤੇ ਚੱਲਦਿਆਂ ਚੱਲਦਿਆਂ ਤੁਹਾਡੇ ਕਿਤੇ ਠੇਡਾ ਲੱਗਾ, ਜਾਂ ਰਸਤੇ 'ਚ ਕੁਛ ਤੁਹਾਡੇ ਨਾਲ ਕੁਛ ਇਸ ਤਰ੍ਹਾਂ ਹੋਇਆ ਜਾਂ ਵਾਪਰਿਆ, ਤੁਸੀਂ ਪਹੁੰਚ ਕੇ ਜਦੋਂ ਦੱਸਦੇ ਹੋ ਘਰ ਜਾ ਕੇ, ਜਾਂ ਰਸਤੇ ਵਿੱਚ ਕਿਸੇ ਨੂੰ ਵੀ, ਅੱਗੇ ਨਾ ਜਾਈਂ, ਅੱਗੇ ਇਸ ਤਰ੍ਹਾਂ ਹੈ, ਜਾਂ ਅੱਗੇ ਮੋੜ ਹੈ, ਜਾਂ ਇਸ ਤਰ੍ਹਾਂ, ਤਾਂ ਉਹੀ ਗੱਲ ਫਿਰ ਭਾਵਨਾ ਆ ਗਈ ਕਿ ਕਿਉਂ ਨਾ ਇਹਨੂੰ ਵੰਡ ਛਕਿਆ ਜਾਏ। ਫਿਰ ਜੋ ਮਾੜੇ ਮੋਟੇ ਤਜਰਬੇ ਜਾਂ ਵਲਵਲੇ ਆਉਂਦੇ ਨੇ, ਇਹਨੂੰ ਵੀ ਵੰਡ ਹੀ ਛਕਿਆ ਜਾਏ, ਇਹਨੂੰ ਸ਼ੇਅਰ ਕੀਤਾ ਜਾਏ ਬਾਕੀਆਂ ਨਾਲ, ਤਾਂ ਕਿ ਮੈਂ ਤਾਂ ਲਾਭ ਉਠਾਇਆ ਅਤੇ ਹੋਰ ਵੀ ਕੋਈ ਲਾਭ ਉਠਾ ਸਕੇ ਬੇਸਿਕਲੀ। ਸੋ ਦੈਟ ਵਾਜ਼ ਦਾ ਹੋਲ ਆਈਡੀਆ। ਪ੍ਰੇਰਣਾ ਇਹੀ ਸੀ ਕਿ ਖੁਸ਼ੀਆਂ, ਅਸੀਂ ਸਾਰੇ ਅੱਜ ਖੁਸ਼ੀ ਕਰਦੇ ਫਿਰਦੇ ਹਾਂ, ਸੁੱਖ ਭਾਲਦੇ ਹਾਂ, ਸੁੱਖ ਕਿੱਥੇ ਹੈ, ਖੁਸ਼ੀ ਕਿੱਥੇ ਹੈ। ਅਤੇ ਮੈਂ ਸਮਝਦਾ ਕਿ ਕੁਝ ਕੁ ਲੈਸਨਸ ਨੇ ਜ਼ਿੰਦਗੀ ਦੇ। ਅਤੇ ਜਿਹੜੀ ਸਭ ਤੋਂ ਖੈਰ ਪਹਿਲਾਂ ਗੱਲ ਹੈਗੀ ਅਵਿਨਾਸ਼ੀ ਖੇਮ, ਤਾਂ ਨਾਮ ਦੇ ਵਿੱਚ ਹੀ ਹੈ, ਗੁਰਬਾਣੀ ਤਾਂ ਬਾਣੀ ਵੀ ਇਹੀ ਕਹਿੰਦੀ ਹੈ। ਅਤੇ ਉਸ ਤੋਂ ਨਾਮ ਦੇ ਵਿੱਚ, ਨਾਮ ਦੀ ਪ੍ਰਾਪਤੀ ਲਈ, ਜਾਂ ਹੋਰ ਜਿਹੜੇ ਆਪਣੇ ਜੀਵਨ ਦੇ ਵਿੱਚ ਰੋਜ਼ਾਨਾ ਨਿੱਤ ਦੇ ਕਰਮ ਨੇ, ਉਹਨਾਂ ਵਿੱਚ ਆਪਾਂ ਕਿਵੇਂ ਛੋਟੇ ਛੋਟੇ ਬਦਲਾਅ ਲਿਆ ਕੇ ਆਪਾਂ ਖੁਸ਼ੀ ਜਾਂ ਸੁੱਖ ਪਾ ਸਕਦੇ ਹਾਂ। ਸੋ ਉਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਫਿਰ ਇਹਨੂੰ ਇੱਕ ਨਾਮ ਦੇ ਦਿੱਤਾ, ਖੇਮ ਖਜ਼ਾਨਾ, ਬੇਸਿਕਲੀ ਕਿ ਖਜ਼ਾਨੇ ਦੇ ਵਿੱਚ ਜਿਹੜੇ ਰਤਨ, ਲਾਲ, ਹੀਰੇ, ਮੋਤੀ ਹੁੰਦੇ ਨੇ, ਉਹ ਇਹੀ ਹੁੰਦੇ ਨੇ ਅਸਲ ਦੇ ਵਿੱਚ। ਨਿੰਦਾ ਛੱਡ ਦੇਣੀ, ਤ੍ਰਿਸ਼ਨਾ 'ਤੇ ਕੰਟਰੋਲ ਕਰ ਲੈਣਾ, ਜੱਜਮੈਂਟ ਨਹੀਂ ਛੇਤੀ ਦੇਣੀ, ਕਿਸੇ ਨਾਲ ਐਵੇਂ ਕੰਪੈਰੀਜ਼ਨ ਨਹੀਂ ਕਰੀ ਜਾਣਾ, ਜਾਂ ਕਹਿ ਲਈ ਵੀ ਜਿਹੜਾ ਗੁਰੂ ਨੇ ਸਾਨੂੰ ਕੀਰਤਨ ਜਾਂ ਸੰਗਤ ਬਖਸ਼ੀ ਹੈ, ਉੱਧਰ ਧਿਆਨ ਦੇਣਾ, ਉੱਧਰਲੇ ਪਾਸੇ ਆਪਾਂ ਆਪਣੇ ਆਪ ਨੂੰ ਟ੍ਰੇਨ ਕਰਨਾ, ਹੈ ਨਾ। ਸੋ ਇਹ ਚੀਜ਼ਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਹੀ ਨੇ, ਬਸ ਉਹਨਾਂ ਨੂੰ ਇਕੱਠਾ ਜਦੋਂ ਕੀਤਾ ਅਤੇ ਉਹ ਕਿਤਾਬ ਬਣ ਗਈ, ਅਤੇ ਕਿਤਾਬ ਨੂੰ ਫਿਰ ਆਪਾਂ ਨਾਮ ਦਿੱਤਾ ਖੇਮ ਖਜ਼ਾਨਾ, ਹੈ ਨਾ। ਬਹੁਤ ਵਧੀਆ ਜੀ। ਇਹ ਤਾਂ ਮੇਰੇ ਖਿਆਲ ਇਹ ਕਈ ਸਾਲਾਂ ਦੀ ਮਿਹਨਤ ਹੋਣੀ ਹੈ ਤੁਹਾਡੀ, ਭਾਵੇਂ ਤੁਸੀਂ ਬਹੁਤ ਸਰਲ ਤਰ੍ਹਾਂ ਦੱਸਤਾ, ਪਰ ਤੁਸੀਂ ਆਪਣੇ ਜਿਹੜੇ ਉਸ ਦੇ ਵਿੱਚ ਪ੍ਰੀਫੇਸ ਦੇ ਵਿੱਚ ਇਹ ਵੀ ਲਿਖਿਆ ਕਿ ਖੇਮ ਖਜ਼ਾਨੇ ਦੀ ਪ੍ਰਾਪਤੀ ਵਾਸਤੇ ਕਿਸੇ ਹਾਦਸੇ ਦਾ ਹੋਣਾ ਲਾਜ਼ਮੀ ਨਹੀਂ ਹੈ। ਜੀ। ਸੋ
ਪਰ ਦੂਸਰੇ ਪਾਸੇ ਸ਼ਾਇਰ ਕਹਿੰਦਾ ਇੱਕ ਬਹੁਤ ਸੋਹਣੀ ਗੱਲ ਕਹਿੰਦਾ, ਕਹਿੰਦੇ ਅਹਿਸਾਸ ਮਰਨਾ ਚਾਹੇ ਤਾਂ ਕਾਫੀ ਹੈ ਰਸਤੇ ਕੀ ਇੱਕ ਠੋਕਰ ਲੱਗੀ ਹੋਈ। ਕਹਿੰਦੇ ਕਿਤੇ ਨਾ ਕਿਤੇ ਕੋਈ ਠੋਕਰ ਲੱਗਦੀ ਹੈ ਤਾਂ ਹੀ ਕਿਤੇ ਨਾ ਕਿਤੇ ਬੰਦੇ ਦੇ ਕੁਛ ਮੈਨੂੰ ਲੱਗਦਾ ਕਿ ਉਹ ਲਹਿਰ ਤਾਂ ਹੀ ਉੱਠਦੀ ਹੈ ਸਮੁੰਦਰ ਦੇ ਵਿੱਚ ਜੇ ਰੋੜਾ ਪੈਂਦਾ। ਅਤੇ ਭਾਵੇਂ ਇੰਨੇ ਵੱਡੇ ਹਾਦਸੇ ਦੀ ਨਾ ਲੋੜ ਹੋਏ, ਕਿਤੇ ਨਾ ਕਿਤੇ ਤੁਹਾਨੂੰ ਕੈਟਲਿਸਟ ਚਾਹੀਦਾ ਹੁੰਦਾ ਹੈ। ਅਤੇ ਉਹ ਤੁਹਾਨੂੰ ਕੀ ਲੱਗਦਾ ਹੈ ਕਿ ਹਾਦਸੇ ਦੀ, ਹਾਂ ਮੈਂ ਮੰਨਦਾ ਕਿ ਸਾਨੂੰ ਵੇਟ ਨਹੀਂ ਕਰਨੀ ਚਾਹੀਦੀ, ਪਰ ਉਹ ਕੈਟਲਿਸਟ ਕਿੱਥੋਂ ਲੱਭਿਆ ਜਾਏ? ਬੜਾ ਸੁੰਦਰ ਸਵਾਲ ਹੈ। ਦੇਖੋ ਇਹ ਚੀਜ਼ ਹੈ ਨਾ, ਜਿੱਦਣ ਉਹੀ ਗੱਲ ਹੈ, ਜਿੱਦਣ ਤੁਸੀਂ ਮਾਰਗ 'ਤੇ ਤੁਰਨ ਲੱਗ ਜਾਂਦੇ ਹੋ ਨਾ, ਆਪਾਂ ਖੋਜ, ਆਪਾਂ ਸੁਧਾਰ, ਰਿਫਾਈਨਮੈਂਟ, ਸੈਲਫ ਡਿਵੈਲਪਮੈਂਟ, ਇੱਧਰਲੇ ਮਾਰਗ 'ਤੇ ਜਦੋਂ ਤੁਰਨ ਲੱਗ ਜਾਂਦੇ ਹੋ ਨਾ, ਤਾਂ ਕਈ ਵਾਰੀ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਆਪ ਮੁਹਾਰੇ ਪ੍ਰਗਟ ਹੋਣੀਆਂ ਸ਼ੁਰੂ ਹੋ ਜਾਂਦੀਆਂ। ਜਦੋਂ ਤੁਹਾਨੂੰ ਪਛਾਣ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਇਹ ਮੋਮੈਂਟ ਕਦੀ ਵੀ ਆ ਸਕਦੀ ਹੈ ਤੁਹਾਡੇ ਜੀਵਨ ਦੇ ਵਿੱਚ। ਹੋ ਸਕਦਾ ਹੈ ਕਿ ਇਸੇ ਲਈ ਗੁਰਮਤਿ ਅੰਦਰ ਵੀ ਉਮਰ ਦਾ ਕੋਈ ਤਕਾਜ਼ਾ ਨਹੀਂ ਹੈ ਨਾ। ਅਤੇ ਵੈਸੇ ਵੀ ਇਹ ਜੇ ਕੋਈ ਵੈਸੇ ਜਿਹੜਾ ਹੋਰ ਵੀ ਰਾਹ ਦਾ ਪਾਉਂਦੀ ਹੈ, ਮੇਰੇ ਖਿਆਲ ਨਾਲ ਉਹਦੀ ਇਸ ਜਰਨੀ ਦੇ ਵਿੱਚ ਕੋਈ ਵੀ ਮੋਮੈਂਟ ਇੱਦਾਂ ਦੀ ਆ ਸਕਦੀ ਹੈ ਜਿੱਥੇ ਉਹਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਜਾਂ ਵਾਹਿਗੁਰੂ ਕਰੇ ਸਭ ਦੇ ਵਿੱਚ ਇਹ ਆਵੇ ਜੀਵਨ ਦੇ ਵਿੱਚ ਇਹ ਮੋਮੈਂਟ। ਕਈ ਵਾਰੀ ਮੈਂ ਸਮਝਦਾ ਕਿ ਹੋ ਸਕਦਾ ਕਈਆਂ ਦੇ ਵਿੱਚ ਦੇਰ ਨਾਲ ਆਉਂਦੀ ਹੈ, ਕਈਆਂ ਨੂੰ ਥੋੜ੍ਹਾ ਅਰਲੀ ਆ ਜਾਂਦੀ ਹੈ, ਪਰ ਆਈ ਥਿੰਕ ਇਹ ਚੀਜ਼ ਨੂੰ ਮੰਨਣਾ ਕਿ ਜੋ ਬ੍ਰਹਮੰਡੇ ਸੋਈ ਪਿੰਡੇ ਵਾਲੀ ਜਿਹੜੀ ਗੱਲ ਹੈ, ਜਾਂ ਫਿਰ ਜਦੋਂ ਤੁਸੀਂ ਲੈਟਸ ਸੇ ਕਿ ਗ੍ਰਸਥ ਮਾਰਗ ਦੇ ਵਿੱਚ ਹੀ ਤਾਂ ਗ੍ਰਸਥ ਧਰਮ ਦੇ ਵਿੱਚ ਹੀ ਤੁਸੀਂ ਪੈਰ ਧਰਦੇ ਹੋ, ਜਾਂ ਤੁਹਾਡੇ ਬੱਚੇ ਹੋ ਜਾਂਦੇ ਹਨ, ਜਾਂ ਫਿਰ ਤੁਹਾਡਾ ਕਿਸੇ ਨਾਲ ਇਸ ਤਰ੍ਹਾਂ ਮੇਲ ਮਿਲਾਪ ਹੋ ਜਾਂਦਾ ਹੈ, ਕੋਈ ਸੰਗਤ ਇਹੋ ਜਿਹੀ ਮਿਲ ਜਾਂਦੀ ਹੈ, ਅਤੇ ਆਈ ਥਿੰਕ ਉਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਹੌਲੀ ਸਿੱਖਣਾ ਜਾਂ ਮਾਨਣਾ ਸ਼ੁਰੂ ਕਰ ਸਕਦੇ ਹੋ, ਕਰ ਦਿੰਦੇ ਹੋ, ਹੈ ਨਾ। ਅਤੇ ਬਾਕੀ ਇਹ ਵੀ ਗੱਲ ਠੀਕ ਹੈ ਕਿ ਦਰਦ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਚੋਟ, ਇਹਨਾਂ ਚੀਜ਼ਾਂ ਦਾ ਹੁਣ ਦਾੜ ਜੇ ਦਰਦ ਕਰਦੀ ਹੋਵੇ ਤਾਂ ਵਧੋ ਵਧੀ ਜੀਭ ਉੱਧਰ ਨੂੰ ਜਾਈ ਜਾਂਦੀ ਹੈ ਨਾ। ਸੋ ਉਹਨੂੰ ਦੱਸਣਾ ਨਹੀਂ ਪੈਂਦਾ ਵੀ ਉੱਧਰ ਜਾ, ਹੈ ਨਾ। ਸੋ ਧਿਆਨ ਦੀ ਜਿਹੜੀ ਗੱਲ ਹੈ ਨਾ, ਉਹ ਇਹੀ ਹੈ ਕਿ ਜਦੋਂ ਧਿਆਨ ਜਿੱਧਰਲੇ ਪਾਸੇ ਜਦੋਂ ਬਾਕੀ ਅਸੀਂ ਆਮ ਤੌਰ 'ਤੇ ਵੀ ਦੇਖਿਆ ਹੈ ਕਿ ਜਦੋਂ ਸਾਨੂੰ ਕੋਈ ਭੀੜ ਪੈਂਦੀ ਹੈ, ਭਾਵੇਂ ਕੋਈ ਛੋਟਾ ਜਿਹੀ ਪ੍ਰੋਬਲਮ ਹੋਏ, ਤਾਂ ਅਸੀਂ ਡੋਲ ਜਾਂਦੇ ਹਾਂ, ਹੈ ਨਾ। ਪਰ ਤੁਸੀਂ ਬਹੁਤ ਸੋਹਣਾ ਫਿਰ ਮੁੜ ਕੇ ਗੱਲ ਕੀਤੀ ਸੀ ਉਹਦੇ ਵਿੱਚ ਇਲੈਕਟ੍ਰੋਕਾਰਡੀਓਗ੍ਰਾਮ ਦੀ, ਤੁਸੀਂ ECG ਦੀ ਉਦਾਹਰਨ ਦਿੱਤੀ। ਕਹਿੰਦੇ ECG 'ਚ ਉਤਾਰ ਚੜਾਵ ਨਾ ਹੋਣ ਤਾਂ ਫਿਰ ਮੌਤ ਹੈ ਜੀ। ਅਤੇ ਇਸ ਮਤਲਬ ਕਿੰਨਾ ਸੋਹਣਾ ਮਤਲਬ ਕਿ ਦੇਖਣ ਦਾ ਤਰੀਕਾ, ਇੱਕ ਨਜ਼ਰੀਆ ਹੈ। ਅਤੇ ਮੈਨੂੰ ਲੱਗਦਾ ਕਿ ਇਹ ਜਿਹੜਾ ਨਜ਼ਰੀਆ ਜਿਹੜੇ ਤੁਹਾਡੇ ਵਰਗੇ ਲਿਖਾਰੀ ਜਾਂ ਸ਼ਾਇਰ ਹੈ, ਉਹ ਚੀਜ਼ਾਂ ਨੂੰ ਇਹਨਾਂ ਗਹਿਰਾਈ ਦੇ ਵਿੱਚ, ਇਹਨਾਂ ਡੂੰਘਾਈ ਦੇ ਵਿੱਚ ਲੱਭ ਸਕਦੇ ਨੇ। ਅਤੇ ਦੂਸਰੀ ਗੱਲ, ਹੁਣ ਆਪਾਂ ਮੁੜ ਕੇ ਜੇ ਕਿਤਾਬ 'ਤੇ ਆਈਏ ਜਿਹੜੀ ਤੁਹਾਡੀ ਹੁਣ ਖੇਮ ਖਜ਼ਾਨਾ 'ਤੇ, ਤੁਸੀਂ ਹੁਣ ਓਬਵੀਅਸਲੀ ਜਿੱਦਾਂ ਸਾਰੀ ਗੱਲ ਦੱਸੀ ਕਿ ਤੁਹਾਡੇ ਪੇਰੈਂਟਸ ਦਾ, ਤੁਹਾਡੀ ਸਿੰਘਣੀ ਦਾ, ਤੁਹਾਡੇ ਆਲੇ ਦੁਆਲੇ ਸਾਂਗ ਸੰਬੰਧੀਆਂ ਦਾ ਤੁਹਾਡੇ ਪ੍ਰਭਾਵ ਸੀਗਾ, ਚੰਗਾ ਸੀਗਾ, ਜਿਨ੍ਹਾਂ ਨੇ ਤੁਹਾਨੂੰ ਪ੍ਰੇਰਿਤ ਕੀਤਾ ਸਾਰਾ ਕੁਛ। ਅਤੇ ਕਈ ਵਾਰੀ ਤੁਸੀਂ ਲਿਖਦੇ ਕਿ ਤੁਸੀਂ ਇੱਕ ਵਾਰੀ ਸ਼ਸ਼ੋਪੰਜ ਵਿੱਚ ਵੀ ਸੀਗੇ ਕਿ ਮੈਂ ਕਰਾਂ ਕਿ ਨਾ ਕਰਾਂ ਜੀ। ਉਹ ਜਿਹੜਾ ਮੂਵਮੈਂਟ ਸੀਗਾ, ਉਹ ਜੇ ਮੂਵਮੈਂਟ ਸਾਡੇ ਨਾਲ ਸਾਂਝਾ ਕਰੋ ਕਿ ਕਿਉਂਕਿ ਅਸੀਂ ਜਿੰਨਾ ਕੁ ਤੁਹਾਨੂੰ ਜਾਣਦੇ ਹਾਂ, ਸਾਨੂੰ ਤਾਂ ਪਤਾ ਕਿ ਜੇ ਪਰਮਿੰਦਰ ਸਿੰਘ ਹੈ ਤਾਂ ਆਹ ਸਟ੍ਰੇਟ ਹੈ, ਹਰ ਕੁਝ ਸਕਸੈਸਫੁਲ ਹੈ, ਅਤੇ ਹੀ ਹੈਜ਼ ਬੀਨ ਟਰੈਵਲਿੰਗ ਔਨ ਦ ਰਾਈਟ ਪਾਥ, ਜਿੰਨਾ ਕੁ ਅਸੀਂ ਜਾਣਦੇ ਹਾਂ। ਪਰ ਜੇ ਅਸੀਂ ਪੜ੍ਹਿਆ ਤੁਹਾਡੇ ਕਿਤਾਬ ਦੇ ਵਿੱਚ ਕਿ ਤੁਸੀਂ ਟਾਈਮ ਸ਼ਸ਼ੋਪੰਜ ਵਿੱਚ ਵੀ ਸੀਗੇ ਕਿ ਮੈਂ ਕਰਾਂ ਜਾਂ ਨਾ ਕਰਾਂ, ਅਤੇ ਉਹ ਸਿਚੁਏਸ਼ਨ ਨੂੰ ਸਾਡੇ ਸਰੋਤਿਆਂ ਵਾਸਤੇ ਦੱਸੋ ਕਿ ਉਹ ਕੀ ਮੂਵਮੈਂਟ ਸੀਗਾ ਅਤੇ ਉਹਨੂੰ ਕਿੱਦਾਂ ਓਵਰਕਮ ਕੀਤਾ। ਆਈ ਥਿੰਕ ਬਹੁਤ ਜ਼ਰੂਰੀ ਹੈ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣਨਾ, ਅਤੇ ਕਿਉਂਕਿ ਕਈ ਵਾਰੀ ਤੁਹਾਡੇ ਆਲੇ ਦੁਆਲੇ ਕਿਸ ਤਰ੍ਹਾਂ ਵੀ ਤੁਹਾਡੇ ਕਈ ਵਾਰੀ ਸਲਾਹਕਾਰ ਵੀ ਹੁੰਦੇ ਨੇ, ਜਿਹੜੀ ਕਿ ਚੰਗੀ ਗੱਲ ਆ, ਹੋਣੇ ਵੀ ਚਾਹੀਦੇ ਆ ਉਹ ਸਾਰੀਆਂ ਚੀਜ਼ਾਂ, ਲੇਕਿਨ ਮੇਰੇ ਖਿਆਲ ਨਾਲ ਅੰਦਰ ਦੀ ਆਵਾਜ਼ ਜਦੋਂ ਤੁਸੀਂ ਸੁਣੋ, ਆਪਣੇ ਗਟ ਫੀਲਿੰਗ ਕਹਿੰਦੇ ਨਾ ਜਿਹਨੂੰ, ਵੀ ਉਹ ਸੁਣੋ, ਅਤੇ ਫਿਰ ਇੱਕ ਸਹੀ ਸਮੇਂ 'ਤੇ ਖਿਆਲ ਉਹ ਵੀ ਪਰਮੇਸ਼ਰ ਨੂੰ ਪਤਾ ਕਦੋਂ ਆਉਣਾ, ਲੇਕਿਨ ਜਦੋਂ ਆਇਆ ਜਾਂ ਉਹ ਉਸ ਚੀਜ਼ ਦਾ ਜਦੋਂ ਕਨੈਕਸ਼ਨ ਬਣਿਆ, ਤਾਂ ਮੈਨੂੰ ਲੱਗਾ ਕਿ ਨਹੀਂ, ਆਈ ਥਿੰਕ ਇਟਸ ਟਾਈਮ ਕਿ ਹੁਣ ਆਪਾਂ ਇਹਨੂੰ ਭਾਵੇਂ ਛਾਪ ਦਈਏ, ਕਿਉਂਕਿ ਇਹ ਜਰਨੀ ਹੈ, ਇਹ ਇੱਕ ਤਾਂ ਮੁੱਕਣੀ ਨਹੀਂ ਹੈ ਨਾ, ਸਿੱਖਣ ਵਾਲੀ ਜਰਨੀ ਤਾਂ ਕਦੀ ਵੀ ਨਹੀਂ ਮੁੱਕਣੀ। ਅਤੇ ਮੈਂ ਕਿਤਾਬ ਲਿਖਣ ਤੋਂ ਬਾਅਦ ਵੀ ਮੈਂ ਜਾਂ ਛਾਪਣ ਤੋਂ ਬਾਅਦ ਵੀ ਤੱਕ ਵੀ ਮੇਰੇ ਮਨ 'ਚ ਆ ਗਿਆ ਕਿ ਅੱਜ ਤਾਂ ਮੈਂ ਆਹ ਚੀਜ਼ ਸਿੱਖੀ ਹੈ, ਇਹ ਵੀ ਮੈਂ ਉਹਦੇ ਵਿੱਚ ਪਾ ਦਿੰਦਾ, ਪਰ ਇਸ ਤਰ੍ਹਾਂ ਨਹੀਂ ਹੋਣਾ, ਇਹ ਹਮੇਸ਼ਾ ਹੀ ਰਹਿਣਾ। ਅਤੇ ਫਿਰ ਮੈਨੂੰ ਵਾਪਸ ਪਤਾ ਕੀ ਲੈ ਕੇ ਆਉਂਦਾ, ਮੈਨੂੰ ਸ਼ੁਕਰ ਦੀ ਭਾਵਨਾ ਹਮੇਸ਼ਾ ਵਾਪਸ ਲਿਆਉਂਦੀ ਹੈ ਵੀ ਤੂੰ ਸ਼ੁਕਰ ਕਰ, ਬਸ ਜਿਹੜਾ ਪਲ ਬੀਤ ਗਿਆ ਬਸ ਤੂੰ ਸ਼ੁਕਰ ਕਰ। ਤੂੰ ਹੁਣ ਜੇ ਇਹਨੂੰ ਹੋਰ ਇਹ 'ਚ ਪੈ ਗਿਆ ਨਾ ਵੀ
ਇੱਦਾਂ ਨਹੀਂ ਹੁੰਦਾ ਤੇ ਉੱਦਾਂ, ਜਿਹੜੀ ਜੇ ਇੱਦਾਂ ਤੇ ਜੇ ਉੱਦਾਂ, ਤੇ ਫਿਰ ਕਦੀ ਵੀ ਇਹਦਾ ਮੁੱਕਣਾ ਹੀ ਨਹੀਂ। ਸੋ ਇਸ ਕਰਕੇ ਸ਼ੁਕਰ ਕਰ ਤੇ ਅਗਾਹਾਂ ਕੋ ਤਰਾਗ ਰੱਖ, ਪਿੱਛਾ ਫੇਰ ਨਾ ਮੁੜੜਾ, ਹੈ ਨਾ। ਇਸ ਚੀਜ਼ ਵੱਲ ਧਿਆਨ। ਮੈਂ ਇੱਕ ਪਿਛਲੀ ਜਿਹੜੀ ਤੁਸੀਂ ਗੱਲ, ਉਹ ਜਿਹੜੇ ਪਿਛਲੇ ਸਵਾਲ ਦੀ ਮੈਂ ਉੱਥੇ ਮੈਨੂੰ ਲੱਗਦਾ ਕਿ ਮੈਂ ਉਹਨੂੰ ਚੰਗੀ ਤਰ੍ਹਾਂ ਨਹੀਂ ਖੋਲ੍ਹ ਸਕਿਆ, ਅਤੇ ਉਹ ਜਿਹੜੀ ਹਾਦਸੇ ਦੀ ਗੱਲ ਸੀ, ਉਹ ਵਾਕਈ ਤੁਹਾਡੀ ਗੱਲ 100% ਸਹੀ ਹੈ ਕਿ ਜਿਹੜਾ ਜੀਵਨ ਦੇ ਵਿੱਚ ਇਹ ਜਿਹੜੇ ਹਾਦਸੇ ਨੇ ਜਾਂ ਦੁੱਖ ਨੇ ਜਾਂ ਸੁੱਖ ਨੇ, ਇਹ ਜੀਵਨ ਦਾ ਹੀ ਹਿੱਸਾ ਨੇ। ਸੋ ਇਹ ਕਿਤਾਬ ਦਾ ਵੀ ਬੇਸ ਉਹੀ ਹੈ ਬੇਸਿਕਲੀ ਕਿ ਜਿਹੜੇ ਸੁੱਖ ਦੁੱਖ, ਦੋਇਦਾਰ ਕੱਪੜੇ ਪਹਿਰੇ ਜਾਏ ਮਨੁੱਖ, ਹੈ ਨਾ, ਇਹ ਜੀਵਨ ਦੀ ਇਹ ਇੱਕ ਗੱਡੀ ਦਾ, ਜੀਵਨ ਦੀ ਜਰਨੀ ਦਾ ਹਿੱਸਾ ਹੈ। ਅਤੇ ਖੇਮ ਖਜ਼ਾਨਾ, ਫਿਰ ਇਹਦਾ ਮਤਲਬ ਇਹ ਹੈ ਕਿ ਖੇਮ ਖਜ਼ਾਨੇ ਤੋਂ ਬਾਅਦ ਖੁਸ਼ੀਆਂ ਹੀ ਖੁਸ਼ੀਆਂ ਨੇ, ਜਿਹੜਾ ਹੈਗਾ, ਜਾਂ ਸੁੱਖ ਹੀ ਸੁੱਖ ਹੈ, ਦੁੱਖ ਚਲੇ ਜਾਣਗੇ। ਅਤੇ ਮੈਂ ਸਮਝਦਾ ਕਿ ਜਿਹੜਾ ਇਹਦਾ ਇਹੀ ਹੈ ਕਿ ਸੁੱਖ ਦੁੱਖ ਜੀਵਨ ਦਾ ਹਿੱਸਾ ਹੈ, ਪਰ ਤੁਹਾਡਾ ਜਿਹੜਾ ਤੁਸੀਂ ਜਿਹੜੀ ਗੱਲ ਕਹੀ ਨਾ ਅੱਗੇ ਨਜ਼ਰੀਏ ਦੀ, ਔਰ ਨਜ਼ਰੀਏ ਤੋਂ ਬਾਅਦ ਜਿਹੜਾ ਸਹਿਣ ਸ਼ਕਤੀ ਜਾਂ ਹੋਰ ਸਾਰੀਆਂ ਚੀਜ਼ਾਂ, ਜਿਹੜੇ ਇੱਦਾਂ ਦੇ ਗੁਣ ਨੇ, ਉਹ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ। ਫਿਰ ਤੁਸੀਂ ਨਾ ਦੁੱਖ ਨੂੰ ਫਿਰ ਉਹ ਦੁੱਖ ਵਾਂਗੂ ਨਹੀਂ ਜਾਣਦੇ, ਫਿਰ ਤੁਸੀਂ ਦੁੱਖ ਨੂੰ ਇੱਕ ਭਾਣੇ, ਐਕਸੈਪਟੈਂਸ, ਇਸ ਰੂਪ ਦੇ, ਇਹਦਾ ਰੂਪ ਬਦਲ ਜਾਂਦਾ ਚੀਜ਼ਾਂ ਦਾ, ਹੈ ਨਾ। ਹੁੰਦੀਆਂ ਤਾਂ ਹੈਗੀਆਂ ਹੀ ਨੇ। ਹੁਣ ਵੀ ਮੈਂ ਬੈਠਾ, ਜੇ ਕਹਾਂ ਕਿ ਮੈਂ ਹੁਣ ਇੱਦਾਂ ਬੈਠਾ ਬਹੁਤਾ ਚਿਰ, ਤਾਂ ਮੇਰਾ ਲੱਕ ਦੁਖਣ ਲੱਗ ਪਿਆ, ਪਰ ਜਦੋਂ ਮੈਂ ਉਸ ਤੋਂ ਬਾਅਦ ਜਦੋਂ ਮੈਂ ਇਹ ਕਹਾਂਗਾ ਨਾ ਕਿ ਸ਼ੁਕਰ ਹੈ, ਕੋਈ ਨਹੀਂ, ਇਸ ਹੱਦ ਤੱਕ ਨਹੀਂ ਹੈਗਾ ਕਿ ਕੁਛ ਸ਼ੁਕਰ ਹੈ ਮੈਂ ਬੈਠਾ, ਹਜੇ ਵੀ ਬੈਠਾ। ਸੋ ਇੱਕ ਦੇਖਣ ਦਾ ਨਜ਼ਰੀਆ ਹੀ ਬਦਲਦਾ। 10 ਵਸਤੂ ਲੈ ਪਾਛੇ ਪਾਵੇ, ਇੱਕ ਬਸ ਕਾਰਨ ਵਿਘੋੜ ਗਵਾਵੇ, ਇੱਕ ਬਿਨਾ ਦੇ 10 ਫੇਰ ਲੈ। ਅਦਰਵਾਈਜ਼ ਇਹ ਚੱਲਣਾ ਹੈ। ਅਤੇ ਸਰੀਰ ਦੇ ਨਾਲ ਦੁੱਖ ਸੁੱਖ ਹੈਗੇ ਹੀ ਨੇ। ਬਸ ਇਹ ਹੈ ਕਿ ਤੁਹਾਡਾ ਇੱਕ ਨਜ਼ਰੀਆ, ਇੱਕ ਭਾਣੇ ਤੋਂ ਉੱਪਰ, ਜਿਹੜਾ ਭਾਣੇ ਜਿੱਡੀ ਦਾਤ ਕੋਈ ਨਹੀਂ ਹੈਗੀ। ਗੁਰਬਾਣੀ ਵੀ ਕਹਿੰਦੀ ਹੈ ਕਿ ਜਿਹੜਾ ਭਾਣਾ ਐਕਸੈਪਟੈਂਸ ਹੈ ਨਾ, ਇਸ ਤੋਂ ਉੱਪਰ ਕੁਝ ਨਹੀਂ ਹੈਗਾ। ਅਤੇ ਜਦੋਂ ਇਹ ਆ ਜਾਂਦਾ, ਸਹਿਜ ਮਨ ਥੋੜ੍ਹਾ ਜਿਹਾ ਟਿਕਾ 'ਚ ਆ ਜਾਂਦਾ। ਬਸ ਬਹੁਤ ਖੂਬ। ਸਾਡੇ ਮੈਨੂੰ ਤੁਹਾਡੀ ਗੱਲਾਂ ਤੋਂ ਮੇਰੇ ਮਾਤਾ ਜੀ ਇੱਕ ਗੱਲ ਕਿਹਾ ਕਰਦੇ ਸੀ, ਉਹਨਾਂ ਦੀ ਯਾਦ ਆ ਗਈ। ਉਹ ਕਹਿੰਦੇ ਸੀ ਪੇਨ ਔਰ ਦੁੱਖ ਅਲੱਗ-ਅਲੱਗ ਚੀਜ਼ ਹੈ। ਅਸੀਂ ਆਮ ਤੌਰ 'ਤੇ ਉਹਨਾਂ ਨੂੰ ਇੱਕੋ ਹੀ ਸਮਝਦੇ ਹਾਂ। ਪੇਨ ਹੈ ਜਿਹੜੀ ਕਿ ਫਿਜ਼ੀਕਲ ਹੈ, ਜਿਹੜੀ ਸਮਾਜਿਕ ਹੈ, ਪਰ ਜਿਹੜਾ ਦੁੱਖ ਹੈ ਉਹ ਤੁਹਾਡੇ ਅੰਦਰੋਂ ਹੈ। ਦੁੱਖ ਤੁਹਾਡੇ ਨਾ ਕਿਤੇ ਤੁਹਾਡੀ ਗੁਰਬਾਣੀ ਦੀ ਸੇਧ ਲੈ ਕੇ ਤੁਸੀਂ ਉਸ 'ਤੇ ਕਾਬੂ ਜ਼ਰੂਰ ਪਾ ਸਕਦੇ ਹੋ ਜੀ। ਅਤੇ ਫਿਰ ਤੁਹਾਨੂੰ ਪੇਨ ਦੁੱਖ ਨਹੀਂ ਦਿੰਦਾ ਜੀ। ਉਹ ਫਿਜ਼ੀਕਲ ਦਰਦ ਤਾਂ ਹੋ ਸਕਦਾ ਪਰ ਉਹ ਦੁੱਖ ਕਦੀ ਨਹੀਂ ਬਣ ਸਕਦਾ, ਭਾਵੇਂ ਗੱਲ ਬੜੀ ਬਰੀਕ ਚੀਜ਼ ਹੈ, ਪਰ ਗੱਲ ਉਹੀ ਗੱਲ ਦੇਖਣ ਦਾ ਨਜ਼ਰੀਆ ਦੇਖੋ ਕਿੰਨਾ ਡੂੰਘਾ ਔਰ ਵਧੀਆ। ਅਤੇ ਵਾਕਈ ਅਤੇ ਮੈਂ ਹੁਣ ਸਮਾਂ ਆਪਣੀ ਰਫਤਾਰ ਨਾਲ ਤੁਰੀ ਜਾਂਦਾ। ਜਦ ਕਹਿੰਦੇ ਆਪਣੇ ਪ੍ਰੇਮੀਆਂ ਨਾਲ, ਗੁਰੂ ਮਹਾਰਾਜ ਤੇ ਬਖਸ਼ੀ ਹੋਈ ਰੂਹਾਂ ਨਾਲ ਜੇ ਬੈਠੇ ਹੋਈਏ ਤਾਂ ਸਮੇਂ ਦਾ ਪਤਾ ਨਹੀਂ ਲੱਗਦਾ। ਅਤੇ ਇਸ ਤੋਂ ਪਹਿਲਾਂ ਕਿ ਸਮਾਂ ਸਾਨੂੰ ਕਿ ਹੁਣ ਅਸੀਂ ਜਾਣਾ ਹੈ, ਮੈਂ ਚਾਹੁੰਦਾ ਕਿ ਖੇਮ ਖਜ਼ਾਨੇ 'ਚੋਂ ਕੁਛ ਨਾ ਕੁਛ ਮੋਤੀ ਜਾਂ ਕੋਈ ਲਾਲ ਕੱਢ ਕੇ ਸਾਡੇ ਨਾਲ ਸਾਂਝਾ ਕਰ ਦਿਓ ਜੀ। ਹੁਣ ਇੱਦਾਂ ਕਿ ਕਾਫੀ ਸਾਰੀਆਂ ਕਵਿਤਾਵਾਂ ਲਿਖੀਆਂ ਹਨ, ਅਤੇ ਜਦੋਂ ਮੈਂ ਕਹਾਂ ਕਿ ਮੈਨੂੰ ਇੱਕ ਉਸ ਵਿੱਚੋਂ ਚੁਣਨੀ ਪਵੇ, ਮੇਰੇ ਲਈ ਬੜਾ ਹਾਰਡ ਹੈ ਨਾ। ਅਤੇ ਪਰ ਫਿਰ ਵੀ ਦੁੱਖਾਂ ਦੀ ਆਪਾਂ ਜੇ ਗੱਲ ਕਰਦੇ ਹਾਂ ਨਾ, ਅਤੇ ਆਪਾਂ ਉਸ ਹਾਦਸੇ ਜਾਂ ਦੁੱਖਾਂ ਦੀ ਗੱਲ ਨੂੰ ਲੈ ਕੇ ਹੀ ਇੱਕ ਕਵਿਤਾ ਮੇਰੇ ਮਨ 'ਚ ਆਇਆ ਸੀਗਾ ਕਿ ਲਿਖਿਆ ਸੀ ਕਿ ਮਾਇਨੇ ਇਹ ਨਹੀਂ ਰੱਖਦਾ ਹੁੰਦਾ ਕਿ ਜਿੱਤ ਗਏ ਸੀ ਜਾਂ ਹਾਰ ਗਏ ਸੀ, ਹੈ ਨਾ। ਅਤੇ ਕਿਉਂਕਿ ਮੇਰੀ ਮਾਤਾ ਦਾ ਮੈਂ ਜਦੋਂ ਦੇਖਦਾ ਨਾ, ਉਹ ਹੁਣ ਵੀ 70 ਸਾਲਾਂ ਤੋਂ ਉੱਪਰ ਹੋ ਗਏ ਨੇ, ਅਤੇ ਸਰੀਰਕ ਕਸ਼ਟ ਉਹਨਾਂ ਨੂੰ ਵੀ ਬਹੁਤ ਨੇ। ਇਹਦੇ ਵਿੱਚ ਹੁੰਦਾ ਹੀ ਹੈ ਜਿਵੇਂ ਆਪਣੇ ਹੈ ਨਾ ਪਰਿਵਾਰਾਂ ਦੇ ਵਿੱਚ ਬਜ਼ੁਰਗ ਦੇ ਸਰੀਰ ਨੇ ਜੱਜਰੀ ਹੈ, ਇਹਨੂੰ ਜਰ ਪਹੁੰਚੇ, ਜਰ ਤਾਂ ਆਉਣਾ ਹੀ ਹੈ, ਬੁਢੇਪਾ ਆਉਣਾ ਹੀ ਹੈ। ਅਤੇ ਪਰ ਉਹ ਹਮੇਸ਼ਾ ਫਿਰ ਵੀ ਚੜ੍ਹਦੀ ਕਲਾ 'ਚ ਰਹਿੰਦੇ ਨੇ, ਔਰ ਮੈਨੂੰ ਵੀ ਹਮੇਸ਼ਾ ਹੀ ਕਹਿੰਦੇ ਨੇ ਕਿ ਕੋਈ ਨਹੀਂ, ਇਹ ਤਾਂ ਨਾਲ ਚੱਲਣਾ ਹੀ ਹੈ ਨਾ। ਅਤੇ ਉਹਨਾਂ ਵੱਲ ਦੇਖ ਕੇ ਮੈਨੂੰ ਬੜਾ ਹੌਸਲਾ ਹੁੰਦਾ। ਅਤੇ ਜੀਵਨ ਦੇ ਵਿੱਚ ਉਹੀ ਗੱਲ ਹੈ, ਬਹੁਤ ਕੁਛ ਹੁੰਦਾ, ਉਤਾਰ ਚੜ੍ਹਾਅ ਆਉਂਦੇ ਰਹਿੰਦੇ ਨੇ। ਅਤੇ ਫਿਰ ਮੈਂ ਉਸ ਪਲ ਦੇ ਵਿੱਚ ਜਦੋਂ ਸਾਹ ਇਹਨਾਂ ਚੀਜ਼ਾਂ ਦੇ ਵਿੱਚ, ਉਦੋਂ ਇਹ ਫਿਰ ਮੈਂ ਲਿਖਿਆ ਕਿ ਮਾਇਨੇ ਇਹ ਨਹੀਂ ਰੱਖਦਾ ਸੱਜਣਾ ਖੇਡੇ, ਮਾਇਨੇ ਇਹ ਨਹੀਂ ਰੱਖਦਾ ਹੁੰਦਾ ਕਿ ਜਿੱਤ ਗਏ ਸੀ ਜਾਂ ਹਾਰ ਗਏ ਸੀ, ਮਾਇਨੇ ਇਹ ਰੱਖਦਾ ਸੱਜਣਾ ਖੇਡੇ ਜੀ ਜਾਂ ਵਾਰ ਕੇ ਸੀ, ਹੈ ਨਾ। ਅਤੇ ਜੀਵਨ ਦੇ ਵਿੱਚ ਉੱਤੇ ਥੱਲੇ ਆਮ ਹੀ ਹੁੰਦਾ ਰਹਿੰਦਾ ਹੈ, ਪਰ ਇੱਦਾਂ ਥੋੜ੍ਹੀ ਕੋਈ ਕਿਸੇ ਗੱਲ 'ਤੇ ਹਿੰਮਤ ਛੱਡ ਕੇ ਬਹਿੰਦਾ ਹੈ ਨਾ। ਸੋ ਉੱਠ ਖੜੋ ਅਤੇ ਤਗੜਾ ਹੋ, ਪਾ ਦੇ ਸ਼ੇਕ ਗਗਨੰਤਰ ਤੂੰ, ਬੁੱਝਣ ਨਾ ਦੇ ਚੰਗਿਆੜੀ ਰੱਖੀ ਹੈ ਜੋ ਅੰਦਰ ਤੂੰ। ਸੋ ਚੜ੍ਹ ਕੇ ਪੌੜਾ ਪੌੜੀ, ਮੰਜ਼ਿਲ ਕਰ ਫਤਿਹ, ਫਿਰ ਰੱਬ ਵੀ ਤੇਰਾ, ਜੱਗ ਵੀ ਤੇਰਾ, ਕੌਣ ਰੋਕੇ ਤੇਰੀ ਚੜ੍ਹਦੀ ਕਲਾ, ਕੌਣ ਰੋਕੇ ਤੇਰੀ ਚੜ੍ਹਦੀ ਕਲਾ। ਬਹੁਤ ਖੂਬ, ਬਹੁਤ ਖੂਬ।
ਤੇ ਵੀਰ ਜੀ ਮਤਲਬ ਮੇਰਾ ਤਾਂ ਜੀ ਕਰਦਾ ਕਿ ਤੁਹਾਡੇ ਤੋਂ ਇੱਕ ਤੋਂ ਬਾਅਦ ਇੱਕ ਹੋਰ ਸੁਣੀ ਜਾਈਏ, ਪਰ ਪ੍ਰੈਕਟੀਕਲ ਪੋਸੀਬਲ ਨਹੀਂ ਹੈ। ਸਭ ਤੋਂ ਵੱਡੀ ਮੈਨੂੰ ਖੂਬਸੂਰਤੀ ਗੱਲ ਹੈ ਕਿਉਂਕਿ ਤੁਹਾਡੇ ਕੋਲੇ ਜਿਹੜੇ ਵੋਕੈਬਲਰੀ ਹੈ ਮੈਨੂੰ ਲੱਗਦਾ ਕਿ ਬੇਮਿਸਾਲ ਹੈ, ਤੇ ਸਾਡੇ ਵਰਗੇ ਸਰੋਤਿਆਂ ਲਈ ਜਿਹੜੇ ਅਹਿਮਕ ਹੈ, ਜਿਹੜੇ ਨਾਦਾਨ ਹੈ, ਉਹਨਾਂ ਵਾਸਤੇ ਤੁਸੀਂ ਇੱਕ ਹੋਰ ਸੌਖਾ ਕਰਤਾ ਹੈ ਕਿ ਉਹਦਾ ਤੁਸੀਂ ਸਾਰਾ ਤਤਕਰਾ ਪਹਿਲਾਂ ਹੀ ਦੇਤਾ ਹੈ। ਤੇ ਬਹੁਤ ਮੈਨੂੰ ਲੱਗਦਾ ਕਿ ਬਹੁਤ ਸੋਹਣੀ ਤੁਹਾਡੀ ਸੋਚ ਵੀ ਸੀ, ਬਹੁਤ ਖੂਬਸੂਰਤ ਸੀ। ਤੇ ਇੱਕ ਹੋਰ ਸਵਾਲ, ਜੇ ਅਸੀਂ ਹੁਣ 2 ਅੱਖਰ ਜਿਹੜੇ ਲਿਖੇ ਗਿਆਨੀ ਸੰਤੋਖ ਸਿੰਘ ਹੋਣਾ ਨੇ, ਉਹਨਾਂ ਨੇ ਇਹ ਵੀ ਲਿਖਿਆ ਉਹਦੇ ਵਿੱਚ ਕਿ ਮੈਨੂੰ ਨਿਸ਼ਚਾ ਹੈ ਕਿ ਪਰਮਿੰਦਰ ਸਿੰਘ ਆਪਣੇ ਗੁਰਮਤ ਗਿਆਨ ਨੂੰ ਇਸ ਪੁਸਤਕ ਤੱਕ ਸੀਮਿਤ ਨਹੀਂ ਕਰਕੇ ਰੱਖਣਗੇ। ਸੋ ਕੀ ਅਸੀਂ ਵੀ ਆਸ ਰੱਖੀਏ ਕਿ ਆਉਂਦੇ ਸਮੇਂ ਦੇ ਵਿੱਚ ਹੋਰ ਪੁਸਤਕਾਂ ਵੀ ਆਉਣਗੀਆਂ? ਜੀ ਦੇਖੋ, ਉਤਸ਼ਾਹ ਤਾਂ ਹੈ, ਬਣਦਾ ਹੀ ਅੰਦਰ ਹੈਗਾ, ਤੇ ਜਿਉਂ-ਜਿਉਂ ਸਮਾਂ ਆਏਗਾ ਵਲਵਲੇ ਉੱਠਣਗੇ ਮਨ ਦੇ ਅੰਦਰ, ਤੇ ਉਸ ਤਰ੍ਹਾਂ ਕਲਮ ਚੱਲੇ, ਤੇ ਉਹ ਫਿਰ ਜਦੋਂ ਤੁਕਾਂ ਤੋਂ ਪੰਨੇ ਬਣ ਜਾਣਗੇ ਤਾਂ ਫਿਰ ਉਹੀ ਅਗਲਾ ਟੀਚਾ ਵੀ ਬੰਨੇ ਲੱਗ ਜਾਏਗਾ, ਹੈ ਨਾ। ਸੋ ਬੇਸਿਕਲੀ ਇਹੀ ਹੈ। ਪਰ ਮੇਰੀ ਦਿਲੀ ਇੱਛਾ ਕਿ ਇਹਦੇ ਵਿੱਚ ਕੁਝ ਅੱਖਰ ਹਨ ਜਿਹੜੇ ਆਏ ਜਿਨ੍ਹਾਂ ਨੂੰ ਆਧਾਰ ਬਣਾ ਕੇ ਅਸੀਂ ਖੇਮ ਖਜ਼ਾਨੇ ਵੱਲ ਨੂੰ ਤੋਰਿਆ, ਜਿਵੇਂ ਸੱਸਾ ਆਇਆ ਜਾਂ ਖੱਖਾ ਆਇਆ, ਇਸ ਤਰ੍ਹਾਂ ਦੀ ਇੱਕ ਅਨਮੋਲ ਲਿਪੀ ਤਿਆਰ ਕਰ ਰਿਹਾ ਸੀਗਾ ਮੈਂ ਚਾਹੁੰਦਾ ਕਿ ਉਹਨੂੰ ਵੀ ਕਿਤਾਬਬੱਧ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ। ਸੋ ਇਸ ਤਰ੍ਹਾਂ ਦੇ ਹੋਰ ਮਨ ਵਿੱਚ ਕਾਫੀ ਵਲਵਲੇ ਹਨ, ਤੇ ਪਰਮੇਸ਼ਰ ਤੰਦਰੁਸਤੀ ਬਖਸ਼ੇ, ਸਿਹਤਯਾਬੀ ਬਖਸ਼ੇ, ਔਰ ਇਸ ਉਹਦੇ ਨਾਲ ਜਿਹੜਾ ਹੈਗਾ ਮੈਨੂੰ ਅਕਲ ਔਰ ਬੁੱਧ, ਵਿਵੇਕ ਬੁੱਧ ਬਖਸ਼ੇ, ਤੁਹਾਡੇ ਜੇ ਵੀਰਾਂ ਦੀ ਸੰਗਤ ਬਖਸ਼ੇ, ਅਸੀਸਾਂ ਬਖਸ਼ੇ, ਤੇ ਜਿਹੜੇ ਅੱਗੇ ਵੀ ਇਸ ਤਰ੍ਹਾਂ ਦੇ ਜਿਹੜੇ ਸੇਵਾ ਦੇ ਕਾਰਜ ਆ ਜਾਂ ਸਾਂਝ ਕਰੀ ਜਾਂ ਗੁਣੈ ਕਰੀ ਵਾਲੀ ਜਿਹੜੀ ਗੱਲ ਹੈ ਕਿ ਉਹ ਜਾਂ ਹੋਰ ਜਿਹੜਾ ਗਿਆਨ ਦੀ ਵੀ ਗੱਲ ਹੈ, ਗਿਆਨ ਤੇ ਅਥਾਹ ਸਮੁੰਦਰ ਹੈ, ਪਰ ਜਿੰਨੀ ਕਿ ਬੂੰਦ ਮਹਾਰਾਜ ਨੇ ਝੋਲੀ ਪਾਈ ਹੈ ਜਾਂ ਅਸੀਂ ਸਿੱਖਦੇ ਹਾਂ ਉਹਨੂੰ ਸ਼ੇਅਰ ਕਰਦੇ ਰਹੀਏ, ਸਾਂਝੇ ਕਰਦੇ ਰਹੀਏ। ਇਹ ਮਨੋਰਥ ਨੂੰ ਲੈ ਕੇ ਜ਼ਰੂਰ ਅੱਗੇ ਕੁਝ ਨਾ ਕੁਝ ਜ਼ਰੂਰ ਕਿਰਪਾ ਕਰਨ ਸੱਚੇ। ਸਾਡੀ ਤੁਸੀਂ ਇਹ ਕਹਿ ਕੇ ਸਾਡੇ ਸੁਣਨ ਵਾਲਿਆਂ ਨੂੰ ਤੇ ਤੁਹਾਡੇ ਜਿਹੜੇ ਪੜ੍ਹਨ ਵਾਲਿਆਂ ਨੂੰ ਮੈਨੂੰ ਲੱਗਦਾ ਕਿ ਇੱਕ ਬਹੁਤ ਬੇਇੰਤਹਾ ਖੁਸ਼ੀ ਹੋਈ ਹੋਏਗੀ ਕਿ ਇਹ ਜਿਹੜਾ ਇਹ ਨਿਰੰਤਰ ਪ੍ਰਵਾਹ ਚੱਲਦਾ ਰਹੇਗਾ। ਤੇ ਹਾਂ, ਸਮਾਂ ਹੁਣ ਹੋ ਚੁੱਕਾ ਹੈ ਤੁਹਾਡੇ ਤੋਂ ਵਿਦਾ ਲੈਣ ਦਾ, ਪਰ ਮੈਂ ਫਿਰ ਵੀ ਚਾਹੁੰਦਾ ਕਿ ਜਾਣ ਤੋਂ ਪਹਿਲੇ ਸਾਡੇ ਸੁਣਨ ਵਾਲਿਆਂ ਵਾਸਤੇ, ਸਾਡੇ ਸਰੋਤਿਆਂ ਵਾਸਤੇ ਕੋਈ ਸੁਨੇਹਾ ਇਹੀ ਹੈ ਕਿ ਵੈਸੇ ਗੱਲਾਂ ਸਾਰੀਆਂ ਹੋ ਗਈਆਂ, ਲੇਕਿਨ ਮੈਂ ਸਮਝਦਾ ਕਿ ਜਿਹੜਾ ਗਿਆਨ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਕਲਾ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗੁਣ ਪ੍ਰਮਾਤਮਾ ਨੇ ਬਖਸ਼ਿਆ ਹੀ ਹੈ, ਸਾਰਿਆਂ ਦੀ ਝੋਲੀ ਕੁਛ ਨਾ ਕੁਛ ਪਾਇਆ ਹੀ ਹੈ, ਤੇ ਇਸ ਨੂੰ ਅੱਗੇ ਵੰਡਣਾ ਵਧਾਉਣਾ ਚਾਹੀਦਾ, ਤੇ ਨਾਲ ਆਪਣੇ ਆਪ ਨੂੰ ਮਸ਼ਰੂਫ ਰੱਖੀਏ। ਕਾਫੀ ਦੁੱਖਾਂ ਦੀ ਦਵਾਈ ਇਹ ਵੀ ਹੈ ਇੱਕ ਕਿ ਆਪਣੇ ਆਪ ਨੂੰ ਬਿਜ਼ੀ ਰੱਖੀਏ, ਔਰ ਬਿਜ਼ੀ ਐਵੇਂ ਹੀ ਵਿਹਲੇ ਬਿਜ਼ੀ ਨਾ ਰੱਖੀਏ, ਕਿਸੇ ਨਾ ਕਿਸੇ ਕੰਸਟਰਕਟਿਵ ਜਗ੍ਹਾ, ਕਿਸੇ ਨਾ ਕਿਸੇ ਪ੍ਰੋਡਕਟੀਵਿਟੀ ਜਿੱਥੋਂ ਨਿਕਲੇ ਕੁਛ ਇਸ ਤਰ੍ਹਾਂ ਦੇ ਕੰਮ ਕਰੀਏ, ਇਹੋ ਜਿਹੇ ਕੰਮ ਕਰੀਏ ਜਿੱਥੇ ਅਸੀਂ ਆਪਣੇ ਸਮੇਂ ਦਾ ਸਦਉਪਯੋਗ ਕਰ ਸਕੀਏ। ਬੇਸਿਕਲੀ ਮੈਂ ਇਸ ਕਿਤਾਬ ਦੇ ਕੁਝ ਲੇਖ ਜਿਹੜੇ ਨੇ ਉਹ ਸਿਰਫ ਸਮੇਂ ਦੇ ਆਧਾਰ 'ਤੇ ਲਿਖੇ ਨੇ, ਕਿਉਂਕਿ ਮੈਨੂੰ ਜੋ ਸਭ ਤੋਂ ਜ਼ਿਆਦਾ ਇਹ ਕਈ ਵਾਰੀ ਮਹਿਸੂਸ ਹੋਣ ਲੱਗ ਜਾਂਦਾ ਹੈ, ਕਿਉਂਕਿ ਮੈਂ ਵੀ ਹੁਣ 40 ਲਾਗੇ ਜਦੋਂ ਢੁਕਣ ਲੱਗਣਾ ਤਾਂ ਮੈਨੂੰ ਇੱਦਾਂ ਮਹਿਸੂਸ ਹੋ ਜਾਂਦਾ, ਲੱਗਦਾ ਕਿ 40 ਸਾਲ ਨਿਕਲ ਗਏ ਹਨ, ਜਾਂ ਹਰੇਕ ਨੂੰ ਮੈਂ ਸਮਝਦਾ ਜਿਹਨੂੰ ਇਸ ਪਤਾ ਲੱਗਦਾ ਹੈ, ਸਮੇਂ ਦੀ ਸੋਝੀ ਆਉਂਦੀ ਹੈ, ਅਤੇ ਫਿਰ ਉਹ ਸਮਝਦਾ ਇਸ ਚੀਜ਼ ਨੂੰ। ਸੋ ਸਮੇਂ ਦਾ ਸਦਉਪਯੋਗ ਜਿਹੜਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਆਪਣਾ ਸਮਾਂ ਨਾ ਖਰਾਬ ਕਰੀਏ, ਕਿਉਂਕਿ ਸੋਸ਼ਲ ਮੀਡੀਆ 'ਤੇ ਇਨਫੋਰਮੇਸ਼ਨ ਓਵਰਲੋਡ ਹੈ, ਸੋਸ਼ਲ ਮੀਡੀਆ 'ਤੇ ਇੰਨਾ ਕੁ ਜ਼ਿਆਦਾ ਐਂਡਲੈਸ ਕੰਟੈਂਟ ਹੈ, ਅਤੇ ਜਦੋਂ ਅਸੀਂ ਬਹਿੰਦੇ ਹਾਂ ਕਿਸੇ ਵੀ ਸੋਸ਼ਲ ਮੀਡੀਆ ਵੈਬਸਾਈਟ 'ਤੇ ਜਾਂ ਕਿਸੇ ਵੀ ਤਰ੍ਹਾਂ 'ਤੇ ਘੰਟਿਆਂ ਬੱਧੀ ਜੇ ਅਸੀਂ ਸਕਰੋਲਿੰਗ ਕਰਦੇ ਹਾਂ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀਡੀਓ ਇਸ ਤਰ੍ਹਾਂ ਦਾ ਕੰਟੈਂਟ ਕੰਜ਼ਿਊਮ ਕਰਦੇ ਹਾਂ, ਮੇਰੇ ਖਿਆਲ ਨਾਲ ਕਿ ਉਸ ਤੋਂ ਜ਼ਰੂਰ ਬਚਣਾ ਚਾਹੀਦਾ। ਸਮੇਂ ਦਾ ਸਦਉਪਯੋਗ, ਆਪਣੇ ਆਪ ਨੂੰ ਅਨੁਸ਼ਾਸਨ 'ਚ ਰੱਖ ਕੇ ਇਸ ਜੀਵਨ ਦਾ ਜਿਹੜਾ ਅਸਲੀ ਮਨੋਰਥ ਹੈ ਉਹਨੂੰ ਸਮਝਣਾ ਚਾਹੀਦਾ ਹੈ, ਅਤੇ ਸਭ ਨੂੰ ਗੁਰੂ ਦੇ ਲੜ ਵੀ ਲੱਗਣਾ ਚਾਹੀਦਾ। ਸੋ ਬੇਸਿਕਲੀ ਇਹੀ ਹੈ ਮੇਰਾ ਸੁਨੇਹਾ। ਥੋੜ੍ਹਾ ਲੰਬਾ ਹੋ ਗਿਆ। ਨਹੀਂ ਬਿਲਕੁਲ, ਮੈਨੂੰ ਲੱਗਦਾ ਕਿ ਉਹ ਅਸੀਂ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਤੁਹਾਡਾ ਸੁਨੇਹਾ ਇੰਨਾ ਮੀਨਿੰਗਫੁਲ ਔਰ ਇੰਨਾ ਮੈਨੂੰ ਲੱਗਦਾ ਹੈ ਕਿ ਪ੍ਰੈਕਟੀਕਲ ਜਿਹੜਾ ਸੁਨੇਹਾ ਤੁਸੀਂ ਦਿੱਤਾ, ਮੈਨੂੰ ਲੱਗਿਆ ਸਾਡੇ ਸਾਰੇ ਸੁਣਨ ਵਾਲੇ ਉਸ 'ਤੇ ਫੁੱਲ ਚੜ੍ਹਾਉਣਗੇ, ਆਸ ਕਰਦੇ ਹਾਂ। ਅਤੇ ਤੁਹਾਡੇ ਨਾਲ ਗੱਲਬਾਤ ਕਰਕੇ ਮੈਨੂੰ ਜਿੱਥੇ ਮੈਨੂੰ ਲੱਗਦਾ ਕਿ ਗਿਆਨ 'ਚ ਵਾਧਾ ਹੁੰਦਾ, ਉੱਥੇ ਸਾਡੀ ਰੂਹ ਨੂੰ ਵੀ ਖੁਸ਼ੀ ਸਕੂਨ ਮਿਲਦਾ ਹੈ।
ਬਹੁਤ ਬਹੁਤ ਧੰਨਵਾਦ ਸਾਡੇ ਸਟੂਡੀਓ ਵਿੱਚ ਆਉਣ ਦਾ। ਅਤੇ ਮੈਂ ਇੱਕ ਹੋਰ ਧੰਨਵਾਦ ਕਰਨਾ ਚਾਹੁੰਦਾ ਸਾਡੇ ਸਟੂਡੀਓ ਦੇ ਸੰਚਾਲਕ ਪਰਮਦੀਪ ਨਾਰਾਇਣ ਹੋਣਾ ਦਾ, ਜਿਨ੍ਹਾਂ ਦੇ ਕਰਕੇ ਸਾਡਾ ਸਾਰਾ ਸਟੂਡੀਓ ਚੱਲਦਾ ਹੈ, ਅਤੇ ਜਿਹੜੇ ਸਾਰੇ ਵੀਡੀਓਗ੍ਰਾਫੀ ਦੀ ਸੇਵਾ ਵੀ ਕਰਦੇ ਨੇ, ਅਤੇ ਸਾਡੇ ਸੀਨੀਅਰ ਪੱਤਰਕਾਰ ਵੀ ਨੇ, ਉਹਨਾਂ ਦਾ ਵੀ ਧੰਨਵਾਦ। ਅਤੇ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਸਾਡੇ ਸਟੂਡੀਓ 'ਚ ਆਉਣ ਦਾ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਸ ਮੁਲਾਕਾਤ।